ਸ਼ਮਾਦਾਨ। ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਸਦਾ ਬਖਤੌਰ ਸਿੰਘ ਢਿੱਲੋਂ ਵੱਲੋਂ ਸ਼ਿਵਿੰਦਰ ਜੀ ਤੇ ਡਾਕਟਰ ਸ਼ਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ਾਮਦੀਦ। ਅੱਜ ਦਿਨ ਹੈ ਜੀ ਸੋਮਵਾਰ, ਤਰੀਕ ਹੈ 17 ਜਨਵਰੀ, ਸਮਾਂ ਸ਼ਾਮ ਦੇ 6:30 ਦਾ। ਤੁਸੀਂ ਇਸ ਵਕਤ ਸਾਡੇ ਨਾਲ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਅਤੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਵੱਲੋਂ, ਅਤੇ ਜਗਜੀਤ ਸਿੰਘ ਲੰਡਨ ਵੱਲੋਂ, ਬਲਵੀਰ ਸਿੰਘ ਉਸਮਾਨਪੁਰ ਅਤੇ ਭਰਪੂਰ ਸਿੰਘ ਬਰਾੜ ਬੇਕਰਸਫੀਲਡ ਵੱਲੋਂ। ਜੇਕਰ ਤੁਸੀਂ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਹੋ ਅਤੇ ਇਨਕਮ ਵੀ ਪੂਰੀ ਲੈਣਾ ਚਾਹੁੰਦੇ ਹੋ ਤਾਂ ਵਾਸ਼ਿੰਗਟਨ ਫਰੇਟ ਸਰਵਿਸ ਸ਼ਟਲ ਏਰੀਆ ਦੇ ਵਿੱਚ ਲੋਕਲ ਏਰੀਆ ਜੋਬ ਦੇ ਲਈ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਆ। ਤੁਸੀਂ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਤੁਹਾਡੀ ਸਹੂਲਤ ਦੇ ਲਈ ਡਿਸਪੈਚ ਵੀ ਕੀਤਾ ਜਾਂਦਾ ਹੈ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। 2020 CDL ਡਰਾਈਵਿੰਗ ਸਕੂਲ ਵਰਜੀਨੀਆ ਦੇ ਸ਼ਹਿਰ ਫਰੈਡਰਿਕਸਬਰਗ ਦੇ ਵਿੱਚ ਹੈ ਜੀ। ਇੱਥੇ ਤੁਸੀਂ CDL ਕਲਾਸ A, B and P ਦੀ ਟ੍ਰੇਨਿੰਗ ਤੋਂ ਇਲਾਵਾ ਕਾਰ, ਬੱਸ, ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਦੀ ਡਰਾਈਵਿੰਗ ਸਿੱਖ ਸਕਦੇ ਹੋ। ਇਹਨਾਂ ਦੇ ਡਾਇਰੈਕਟਰ ਬੜੇ ਪੈਸ਼ਨੇਟ ਨੇ, ਪ੍ਰੋਫੈਸ਼ਨਲ ਨੇ, ਮਲਟੀ ਲੈਂਗੁਏਜਿਸ ਦੇ ਵਿੱਚ ਤੁਹਾਨੂੰ ਡਰਾਈਵਿੰਗ ਸਿਖਾਉਂਦੇ ਨੇ। ਤੁਹਾਨੂੰ ਪਿਕ ਐਂਡ ਡਰੋਪ ਫਰੀ ਦਿੱਤਾ ਜਾਂਦਾ ਹੈ, ਸਟੇ ਫਰੀ ਦਿੱਤਾ ਜਾਂਦਾ ਹੈ। ਤੁਸੀਂ ਸਨੀ ਨਾਲ ਸੰਪਰਕ ਕਰ ਲਓ 5406560985 'ਤੇ। ਗੱਲਬਾਤ ਅੱਗੇ ਵਧਾਉਣ ਤੋਂ ਪਹਿਲਾਂ ਕੁਛ ਹੋਰ ਵਪਾਰਕ ਸਨੇਹ ਤੇ ਫਿਰ ਹਾਜ਼ਰ ਹੁੰਦੇ ਹਾਂ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ, ਵਿਨੀਪੈਗ, ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ हैं, DOT ਸੇਫਟੀ ਇੰਸਪੈਕਸ਼ਨਸ ਕਰਦੇ हैं। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 409 2000 या फिर कॉल करो 204 777 0460। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਪਿੱਛੇ ਜੇ
ਬਿਆਨ ਆਇਆ ਸੀ ਚੰਨੀ ਸਾਹਿਬ ਦਾ ਕਿ ਪੰਜਾਬ ਦੀਆਂ ਚੋਣਾਂ ਅੱਗੇ ਪਾ ਦਿਓ, ਤੇ ਹੁਣ ਚੋਣਾਂ ਦੀ ਤਰੀਕ ਵੀ ਕਹਿੰਦੇ ਇੱਕ ਹਫ਼ਤਾ ਅੱਗੇ ਪਾ ਦਿੱਤੀ ਹੈ। ਕੀ ਕਾਰਨ ਹੈ ਜੀ, ਕਿਉਂ ਫੈਸਲਾ ਲਿਆ ਗਿਆ ਹੈ? ਨਹੀਂ, ਇਕੱਲਾ ਚੰਨੀ ਸਾਹਿਬ ਦਾ ਨਹੀਂ ਸੀ ਜੀ। ਬਿਆਨ ਆਇਆ। ਸਭ ਤੋਂ ਪਹਿਲਾਂ ਇਹ ਮੰਗ ਕੀਤੀ ਸੀ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ। ਜੀ। ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਕਿਉਂ ਮੰਗ ਕੀਤੀ? ਉਹਦਾ ਇੱਕ ਵੱਡਾ ਕਾਰਨ ਹੈ ਤੇ ਇਤਿਹਾਸਕ ਕਾਰਨ ਹੈ। ਜੀ। ਗੁਰੂ ਰਵਿਦਾਸ ਜੀ, ਹੂੰ। ਸੰਤ ਰਵਿਦਾਸ ਕਹਿ ਦਈਏ, ਗੁਰੂ ਰਾਮ ਰਵਿਦਾਸ ਕਹਿ ਦਈਏ, ਜੀ। 16 ਫਰਵਰੀ ਨੂੰ ਹੂੰ। ਉਹਨਾਂ ਦਾ ਜਿਹੜਾ ਹੈਗਾ ਜਨਮ ਦਿਵਸ ਹੁੰਦਾ ਹੈ। ਜੀ। ਕਈ ਉਹਨੂੰ ਜਨਮ ਦਿਵਸ ਕਹਿੰਦੇ ਆ, ਕੋਈ ਉਹਨੂੰ ਅਵਤਾਰ ਪੁਰਬ, ਕੁਛ ਭਟਕਾ। ਹਾਂਜੀ, ਬਸ ਜਨਮ ਦਿਹਾੜਾ ਹੋ ਗਿਆ। ਜਨਮ ਦਿਹਾੜਾ ਤੇ ਇਹ 645ਵਾਂ ਜਨਮ ਦਿਹਾੜਾ ਹੈ। ਜੀ। 645ਵਾਂ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਜੀ ਯੂਪੀ ਦੇ ਵਿੱਚ। ਹੂੰ। ਤੇ ਯੂਪੀ ਦੇ ਵਿੱਚ ਗੋਵਰਧਨਪੁਰ ਜੀ। ਥਾਂ ਹੈ, ਹੂੰ। ਮੇਰਾ ਖਿਆਲ ਹੈ ਵਾਰਾਣਸੀ ਦੇ ਨੇੜੇ ਹੀ ਹੈ, ਗੋਵਰਧਨਪੁਰ ਕਹਿੰਦੇ ਆ। ਅੱਛਾ ਜੀ। ਵਾਰਾਣਸੀ ਦੇ ਵਿੱਚ ਹੀ ਹੋ, ਹੂੰ। ਉੱਥੇ ਇਹ ਮਨਾਇਆ ਜਾਣਾ ਹੈ। ਇਹਦੇ ਲਈ ਦੁਆਬੇ ਦੇ ਵਿੱਚੋਂ, ਜੀ, ਅੱਬਲ ਤਾਂ ਸਾਰੇ ਪੰਜਾਬ ਚੋਂ, ਲੇਕਿਨ ਦੁਆਬੇ ਚੋਂ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਹੈ ਉੱਥੇ ਜਾਂਦੇ ਨੇ। ਉੱਥੇ ਜਾਂਦੇ ਹੈ। ਗੱਡੀ ਵੀ ਸਪੈਸ਼ਲ ਚੱਲਦੀ ਹੈ ਮੈਨੂੰ ਟ੍ਰੇਨਾਂ ਯਾਦ। ਕਈ ਜਾਂਦੀਆਂ, ਹਾਂ, ਸਪੈਸ਼ਲ ਟ੍ਰੇਨ ਕਈ ਚੱਲਦੀਆਂ। ਟ੍ਰੇਨਾਂ ਚੱਲਦੀਆਂ, ਟ੍ਰੇਨਾਂ ਦੀ ਵਜ੍ਹਾ ਕਾਰਨ ਉੱਥੇ ਜਾਂਦੇ ਆ। ਤੇ ਹੁਣ ਜੇ 16 ਤਾਰੀਖ ਨੂੰ ਜੀ ਉਹਨਾਂ ਦਾ ਜਨਮ ਦਿਵਸ ਹੈ ਤਾਂ ਉਹਦੇ ਲਈ ਫਿਰ ਪਹਿਲਾਂ ਜਾਣਾ ਪਊ। 14 ਨੂੰ ਜਾਣਗੇ, 14 ਨੂੰ ਜਾਣਗੇ, 13 12 ਨੂੰ ਵੀ ਜਾਣਗੇ ਕਈ ਲੋਕ, ਤੇ ਉਹਨਾਂ ਨੂੰ 3-4 ਦਿਨ ਜਿਹੜੇ ਹੈਗੇ ਆਉਣ ਜਾਣ ਦੇ ਵਿੱਚ ਲੱਗ ਜਾਂਦੇ। ਇਸ ਕਰਕੇ ਬਹੁਤ ਸਾਰੇ ਲੋਕ ਉਹ ਹੈ ਜਿਹਨੇ ਲੋਕ ਆਪਣਾ ਵੋਟ ਦਾ ਜਿਹੜਾ ਉਹਨਾਂ ਨੂੰ ਸੰਵਿਧਾਨਕ ਹੱਕ ਮਿਲੇ, ਆਪਣੀ ਧਾਰਮਿਕ ਭਾਵਨਾ ਦੀ ਤ੍ਰਿਪਤੀ ਦੀ ਵਜ੍ਹਾ ਕਾਰਨ ਜੀ ਉਸ ਹੱਕ ਤੋਂ ਬਿਰਵੇ ਹੋ ਜਾਣਗੇ। ਕਿਉਂਕਿ ਜਿਹੜਾ ਕਿਸੇ ਦਾ ਜਨਮ ਦਿਨ ਆ ਉਹ ਤਾਂ ਅੱਗੇ ਪਿੱਛੇ ਨਹੀਂ ਕੀਤਾ ਜਾ ਸਕਦਾ। ਬਿਲਕੁਲ। ਚੋਣਾਂ ਜ਼ਰੂਰ ਅੱਗੇ ਪਿੱਛੇ ਹੋ ਸਕਦੀਆਂ। ਆਮ ਤੌਰ ਦੇ ਉੱਤੇ ਜਦੋਂ ਚੋਣ ਕਮਿਸ਼ਨ ਡੇਟ ਰੱਖਦਾ ਹੈ ਜੀ, ਉਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦਾ ਹੁੰਦਾ ਹੈ। ਜੀ। ਕਈ ਵਾਰੀ ਕੋਈ ਇਹੋ ਜਿਹੀ ਗੱਲ ਨਹੀਂ ਆਉਂਦੀ ਧਿਆਨ ਦੇ ਵਿੱਚ। ਸੋ ਬਹੁਜਨ ਸਮਾਜ ਪਾਰਟੀ ਨੇ ਇਹਦੀ ਡਿਮਾਂਡ ਕੀਤੀ ਸੀ। ਜੀ। ਮੁੜ ਕੇ ਇਸੇ ਡਿਮਾਂਡ ਨੂੰ ਚੱਕ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਇੱਕ ਚਿੱਠੀ ਲਿਖਤੀ ਸੀ ਜੀ ਕਿ ਜੀ ਇਹ ਜਿਹੜੀ ਹੈਗੀ ਹੈ ਡੇਟ ਅੱਗੇ ਪੈਣੀ ਚਾਹੀਦੀ ਹੈ। ਉਹ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਇੱਕ ਚਿੱਠੀ ਲਿਖਤੀ। ਜੀ। ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਦੀ ਹਮਾਇਤ ਕਰਤੀ ਕਿ ਜੀ ਇਹ ਚੋਣਾਂ ਜਿਹੜੀਆਂ ਹੈਗੀਆਂ ਅੱਗੇ ਹੋਣੀਆਂ ਚਾਹੀਦੀਆਂ। ਜੀ। ਮੁੱਖ ਜਿਹੜੀਆਂ ਪਾਰਟੀਆਂ ਜਦੋਂ ਉਹਨਾਂ ਨੇ ਡਿਮਾਂਡ ਕਰ ਲਈ ਤਾਂ ਚੋਣਾਂ ਅੱਗੇ ਹੋਣੀਆਂ ਚਾਹੀਦੀਆਂ ਸੀ ਤੇ ਹੋ ਵੀ ਗਈਆਂ। ਹੁਣ 14 ਫਰਵਰੀ ਦੀ ਬਜਾਏ ਇਹ ਚੋਣਾਂ 20 ਫਰਵਰੀ ਨੂੰ ਹੋਣਗੀਆਂ। ਜੀ। ਇਹਦੇ ਵਾਸਤੇ ਪ੍ਰੋਟੈਸਟ ਵੀ ਹੋਣੇ ਸ਼ੁਰੂ ਹੋ ਗਏ ਸੀ। ਪ੍ਰੋਟੈਸਟ ਕਰਨ ਵਾਲਿਆਂ ਨੇ ਅੱਜ ਜਿਹੜਾ PAP ਚੌਕ ਹੈ ਜੀ, ਉੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਜਿਹੜਾ ਨੈਸ਼ਨਲ ਟ੍ਰੈਫਿਕ ਹੈ, ਨੈਸ਼ਨਲ ਹਾਈਵੇ ਤੇ ਟ੍ਰੈਫਿਕ ਰੋਕਣ ਦਾ ਫੈਸਲਾ ਕੀਤਾ ਸੀ। ਅਜੇ ਆਪਾਂ ਨੂੰ ਜਾਣਕਾਰੀ ਨਹੀਂ ਵੀ ਕਿ ਉਹ ਸਿਰੇ ਚੜ੍ਹੇ ਕਿ ਕਿਵੇਂ, ਪਰ ਮੇਰਾ ਖਿਆਲ ਹੈ ਜੇ ਇੱਕ ਵਾਰੀ ਇਹੋ ਜਿਹਾ ਸੱਦਾ ਦਿੱਤਾ ਜਾਵੇ ਤਾਂ ਉਹ ਸੱਦੇ ਨੂੰ ਲੋਕ ਹੁੰਗਾਰਾ ਦਿੰਦੇ ਹੈ, ਕਿਉਂਕਿ ਮਾਮਲਾ ਆਸਥਾ ਨਾਲ ਜੁੜਿਆ ਹੁੰਦਾ। ਇਹਦੇ 'ਚ ਹੁਣ ਜੇ ਵੱਡੀ ਗੱਲ ਹੈ ਤਾਂ ਸਿਰਫ 2 ਪਾਰਟੀਆਂ ਪੰਜਾਬ ਦੀਆਂ ਜੀ, ਜਿਨ੍ਹਾਂ ਪਾਰਟੀਆਂ ਨੇ ਇਹ ਮੰਗ ਨਹੀਂ ਸੀ ਕੀਤੀ ਕਿ ਚੋਣਾਂ ਅੱਗੇ ਕੀਤੀਆਂ ਜਾਣ, ਤੇ ਉਹ ਦੋਨੇ ਪਾਰਟੀਆਂ ਹੈਗੀਆਂ ਜੀ, ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਦੂਸਰਾ ਹੈਗਾ ਜਿਹੜਾ ਆਮ ਆਦਮੀ ਪਾਰਟੀ। ਹੁਣ ਇਹਨੂੰ ਜੇ ਆਪਾਂ ਦੇਖੀਏ ਤਾਂ ਦੋਨਾਂ ਪੱਖਾਂ ਤੋਂ ਦੇਖਿਆ ਜਾ ਸਕਦਾ ਹੈ, ਕਿਉਂਕਿ ਗੁਰੂ ਰਵਿਦਾਸ ਜਿਹੜੇ ਹੈਗੇ ਉਹ ਸਭ ਦੇ ਸਤਿਕਾਰਤ ਹੈ, ਸਭੇ ਸਾਂਝੀ ਵਾਲਸਦ ਹੈ ਜੀ। ਬਿਲਕੁਲ। ਹਾਂ, ਉਹਨਾਂ ਦੀ ਬਾਣੀ ਹੈ ਜਿਹੜੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਕਿਸੇ ਨੂੰ ਗੁਰੂ ਰਵਿਦਾਸ ਦੇ ਜਨਮ ਦਿਨ ਦੇ ਉੱਤੇ ਇਤਰਾਜ਼ ਨਹੀਂ ਹੋਣਾ ਚਾਹੀਦਾ, ਹੋਵੇ ਵੀ ਕਿਉਂ। ਜੀ। ਲੇਕਿਨ ਰਾਜਨੀਤਿਕ ਪਾਰਟੀਆਂ ਨੇ ਹੁਣੇ ਮੰਗ ਕਿਉਂ ਕੀਤੀ? ਇਹਦਾ ਕਾਰਨ ਵੱਡਾ ਇਹ ਹੈ ਕਿ ਰਾਜਨੀਤਿਕ ਪਾਰਟੀਆਂ ਦੀ ਨਿਗਾਹ ਦੁਆਬੇ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਜਿਹੜੀ 32 ਤੋਂ ਲੈ ਕੇ 34% ਵੋਟ ਹੈ, ਗਰੀਬ ਵਸੋਂ ਦੀ ਵੋਟ ਹੈ। ਜੀ। ਗਰੀਬ ਤਾਂ ਵੈਸੇ ਜਿਹੜੇ ਜਨਰਲ ਕੈਟੇਗਰੀ ਚੋਂ ਵੀ ਹੁੰਦੇ ਬਹੁਤ ਆਉਂਦੇ, ਪਰ ਆਪਾਂ ਕਹਿ ਸਕਦੇ ਆਪਾਂ ਜਿਵੇਂ ਆਮ ਤੌਰ ਤੇ ਕਿਉਂਕਿ ਦਲਿਤ ਭਾਈਚਾਰਾ ਦੀ ਵੋਟ ਹੈ ਜਿਹੜੀ ਉਹਦੀ ਵਜ੍ਹਾ ਕਾਰਨ ਹੈ। ਔਰ ਇਹ ਵੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਦੁਆਬਾ ਹੈ, ਦੁਆਬੇ ਦਾ ਭਾਈਚਾਰਾ ਮਾਲਵੇ ਤੇ ਮਾਝੇ ਨਾਲੋਂ ਕਿਤੇ ਵੱਧ ਸੁਚੇਤ ਹੈ। ਜੀ। ਸੋ ਜ਼ੋਰ ਇਸ ਗੱਲ ਦੇ ਉੱਤੇ ਲੱਗਿਆ ਹੋਇਆ ਸੀ ਕਿ ਵੱਧ ਤੋਂ ਵੱਧ ਵੋਟਾਂ ਲਈਆਂ ਜਾਣ। ਤੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ। ਜੀ ਜੀ। ਹੋਰਾਂ ਕਾਰਨਾਂ ਤੋਂ ਇਲਾਵਾ ਇੱਕ ਕਾਰਨ ਇਹ ਵੀ ਸੀ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ
ਇੱਕ ਤਾਂ ਜਿਹੜਾ ਆਪਣਾ ਬਹੁਜਨ ਸਮਾਜ ਪਾਰਟੀ ਵਾਲਿਆਂ ਨੇ ਅਕਾਲੀ ਦਲ ਨੇ ਬਹੁਜਨ ਨਾਲ ਕੀਤਾ ਹੈ। ਅਕਾਲੀ ਦਲ ਦਾ ਅਲਾਇੰਸ ਹੋਇਆ, ਉਹਦੇ ਵਿੱਚ ਅਕਾਲੀ ਦਲ ਨੇ ਕਹਿ ਦਿੱਤਾ ਸੀ ਕਿ ਅਸੀਂ BSP ਦੇ ਕਿਸੇ ਵਿਅਕਤੀ ਨੂੰ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਜਿਹੜਾ ਦਲਿਤ ਭਾਈਚਾਰੇ 'ਚੋਂ ਹੋਊਗਾ। ਤੇ ਫਿਰ ਅੱਗੇ ਜਿਹੜੀ ਭਾਰਤੀ ਜਨਤਾ ਪਾਰਟੀ ਸੀ ਉਹ ਪਿਛਾਂ ਕਿਉਂ ਰਵੇ? ਉਹਨਾਂ ਨੇ ਕਹਿਤਾ ਜੀ ਅਸੀਂ ਦਲਿਤ ਭਾਈਚਾਰੇ ਦੇ ਵਿੱਚੋਂ ਹੀ ਕਿਸੇ ਨੂੰ ਮੁੱਖ ਮੰਤਰੀ ਬਣਾਵਾਂਗੇ, ਉਦੋਂ ਤਾਂ ਕਹਿਤਾ। ਹੁਣ ਸ਼ਾਇਦ ਉਹ ਉਸ ਗੱਲ ਤੋਂ ਪਿਛਾਂ ਵੀ ਹਟ ਗਏ ਹੈ। ਪਰ ਕਾਂਗਰਸ ਪਾਰਟੀ ਨੇ ਨਹਿਲੇ ਤੇ ਦਹਿਲਾ ਮਾਰਿਆ ਕਿ ਤੁਸੀਂ ਤਾਂ ਬਣਾਓਗੇ, ਅਸੀਂ ਆਰੋ ਬਣਾਤਾ। ਹਾਂ। ਇਹਦਾ ਕਾਰਨ ਵੱਡਾ ਇਹ ਸੀ ਕਿ ਉੱਤਰ ਪ੍ਰਦੇਸ਼, ਉੱਤਰਾਖੰਡ ਇਹਨਾਂ ਸੂਬਿਆਂ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਦਲਿਤ ਭਾਈਚਾਰੇ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ। ਔਰ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦਾ ਵੋਟ ਬੈਂਕ ਸਾਰੇ ਦੇਸ਼ ਨਾਲੋਂ ਜ਼ਿਆਦਾ ਹੈ। 32 ਤੋਂ ਲੈ ਕੇ 34% ਤੱਕ ਹੈ। 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਹੈ ਉਹਦੇ ਵਿੱਚ 32% ਆਉਂਦੀ ਹੈ। ਤਾਜ਼ਾ ਮਰਦਮਸ਼ੁਮਾਰੀ ਮੁਤਾਬਕ ਸ਼ਾਇਦ ਇਹ 34% ਤੱਕ ਪਹੁੰਚ ਗਈ ਹੈ। ਇਹਨੂੰ ਮੁੱਖ ਰੱਖ ਕੇ ਉਹਨਾਂ ਨੇ ਸਾਰਾ ਕੁਝ ਮਤਲਬ ਜਿਹੜੀ ਹੈ ਉਹ ਇਹ ਡਿਮਾਂਡ ਕੀਤੀ ਸੀ। ਔਰ ਇਹਦੇ ਤੇ ਮੇਰਾ ਖਿਆਲ ਹੈ ਵੀ ਅੱਜ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੋਣੀ ਹੈ। ਇਹੋ ਜਿਹੇ ਮੌਕੇ ਦੇ ਉੱਤੇ ਫਿਰ ਉਹ ਜ਼ਰੂਰ ਉਹਨੂੰ ਵੈਲਕਮ ਵੀ ਕਹਿੰਦੇ ਆ। ਤੇ ਚੰਨੀ ਹੋਰਾਂ ਨੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਦੌਰੇ ਤਾਂ ਭਾਵੇਂ ਸਾਰੇ ਪੰਜਾਬ ਦੇ ਕੀਤੇ ਜ਼ਿਆਦਾ ਦੁਆਬੇ ਦੇ, ਪਰ ਉਹ ਜ਼ਿਆਦਾਤਰ ਜਿਹੜੇ ਹੈਗੇ ਦੁਆਬੇ ਦੇ ਦੌਰੇ ਕੀਤੇ ਹੈ। ਅਗਲੀ ਗੱਲ, ਇਸ ਵੇਲੇ ਸਾਡੀਆਂ ਯੂਨੀਵਰਸਿਟੀਆਂ ਦਾ ਕਿੰਨਾ ਬੁਰਾ ਹਾਲ ਹੈ। ਯੂਨੀਵਰਸਿਟੀਆਂ ਦੇ ਵਿੱਚ ਤਨਖਾਹਾਂ ਦੇਣ ਵਾਸਤੇ ਪੈਸੇ ਨਹੀਂ, ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਦੀ ਸਥਿਤੀ ਹੈ ਜਿਹੜੀ ਬਹੁਤ ਮਾੜੀ ਹੈ। ਖੈਰ ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰੀ ਤੇ ਡਿਪਟੀ ਆਪਣੇ ਸਾਡੇ ਵਿੱਤ ਮੰਤਰੀ ਜਾ ਕੇ ਦੇਖ ਕੇ ਵੀ ਆਏ। ਇਹਨਾਂ ਨੇ ਕੁਛ ਜਾ ਕੇ ਰਾਸ਼ੀ ਦਿੱਤੀ ਵੀ ਹੈ। ਲੇਕਿਨ ਜਿਹੜੀ ਖੋਜ ਹੁੰਦੀ ਹੈ, ਸਟੱਡੀ ਹੁੰਦੀ ਹੈ, ਯੂਨੀਵਰਸਿਟੀਆਂ 'ਚ ਹੁੰਦੀ ਹੈ। ਦਲਿਤ ਭਾਈਚਾਰੇ ਦੀ ਵੋਟ ਲੈਣ ਵਾਸਤੇ ਪਿਛਲੇ ਸਮੇਂ ਦੇ ਵਿੱਚ ਜਦੋਂ ਬੱਲਾਂ ਵਾਲੇ ਡੇਰੇ ਦੇ ਵਿੱਚ ਗਏ ਹੈ, ਉਦੋਂ ਵੀ ਗੁਰੂ ਰਵਿਦਾਸ ਦੇ ਜਿਹੜੇ ਹੈਗੇ ਹੈ ਵਿਚਾਰਾਂ ਤੇ ਉਹਨਾਂ ਦੇ ਉੱਤੇ ਸਟੱਡੀ ਕਰਨ ਵਾਸਤੇ ਇੱਕ ਮੋਟੀ ਰਕਮ ਦੇਣ ਦਾ ਵੀ ਐਲਾਨ ਕੀਤਾ ਹੈ। ਔਰ ਉਹਦੇ ਵਿੱਚ ਕਹਿੰਦੇ ਇੱਕ ਕਮੇਟੀ ਬਣੂਗੀ, ਕਮੇਟੀ 'ਚ ਭਾਵੇਂ ਸਰਕਾਰੀ ਨੁਮਾਇੰਦੇ ਵੀ ਹੈ, ਲੇਕਿਨ ਉਹ ਪੈਸਾ ਖਰਚ ਕਿਵੇਂ ਕਰਨਾ, ਕਿਸ ਕਿਸਮ ਦਾ ਭਵਨ ਬਣਾਉਣਾ ਹੈ, ਇਹ ਜਿਹੜੇ ਡੇਰਾ ਬੱਲਾਂ ਦੇ ਮੁਖੀ ਹੈ ਸੰਤ ਜੀ, ਉਹਨਾਂ ਸੰਤ ਜੀ ਨੂੰ ਅਧਿਕਾਰਤ ਕੀਤਾ। ਸਾਨੂੰ ਕੋਈ ਤੇ ਇਤਰਾਜ਼ ਨਹੀਂ, ਬਿਲਕੁਲ ਇਹਦੇ ਤੇ ਇਤਰਾਜ਼ ਨਹੀਂ ਹੋਣੀਆਂ ਚਾਹੀਦੀਆਂ। ਪਰ ਸਵਾਲ ਤਾਂ ਇਹ ਹੈ ਕਿ ਨਾਲ ਦੀ ਨਾਲ ਤੁਸੀਂ ਮਤਲਬ ਇਹ ਦੇਖੋ ਕਿ ਜਦੋਂ ਯੂਨੀਵਰਸਿਟੀਆਂ ਦੀਆਂ ਕਾਲਜਾਂ ਦਾ ਬੁਰਾ ਹਾਲ ਹੈ, ਤੁਸੀਂ ਉੱਥੇ ਉਹਨਾਂ ਨੂੰ ਕਿਉਂ ਨਹੀਂ ਠੀਕ ਕਰਦੇ? ਉਹਨਾਂ ਨੂੰ ਕਰੋ। ਇਹਨਾਂ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਰਿਸਰਚ ਉੱਥੇ ਕਰਾਓ, ਇਹਨਾਂ ਦੇ ਜਿਹੜੇ ਵਿਚਾਰ ਹੈ ਉਹਨਾਂ ਦੇ ਉੱਤੇ ਰਿਸਰਚ ਉਹਨਾਂ ਯੂਨੀਵਰਸਿਟੀਆਂ 'ਚ ਕਿਉਂ ਨਾ ਹੋਵੇ? ਨਾਲੇ ਬਣੀਆਂ ਹੀ ਯੂਨੀਵਰਸਿਟੀਆਂ। ਅਗਲੀ ਗੱਲ ਇਹ ਹੈ ਕਿ ਇਹ ਜਿਹੜਾ ਤੁਸੀਂ ਇਸ ਕਿਸਮ ਦੇ ਐਲਾਨ ਕਰਦੇ ਹੋ, ਇਸ ਕਿਸਮ ਦੀ ਜਿਹੜੀ ਮਦਦ ਦਿੰਦੇ ਹੋ, ਚੋਣਾਂ ਦੇ ਮੌਕੇ ਕਿਉਂ ਦਿੰਦੇ? ਪਹਿਲਾਂ ਕਿਉਂ ਨਹੀਂ? ਜਾਂ ਚੋਣਾਂ ਤੋਂ ਪਿੱਛੋਂ ਕਿਉਂ ਨਹੀਂ? ਚੋਣਾਂ ਤੋਂ ਪਿੱਛੋਂ ਫਿਰ ਉਹਨਾਂ ਨੂੰ ਭੁੱਲ ਜਾਓਗੇ। ਮਤਲਬ ਕੁੱਲ ਮਿਲਾ ਕੇ ਅਸੀਂ ਦੇਖੀਏ ਤਾਂ ਸਾਡੇ ਜਿਹੜੇ ਰਾਜਨੀਤਿਕ ਲੋਕ ਹੈ ਉਹ ਵੋਟ ਦੀ ਬਿਮਾਰੀ ਤੋਂ ਪੀੜਤ ਹੈ। ਔਰ ਹਰ ਇਲਾਜ ਜਿਹੜਾ ਉਹਨਾਂ ਦਾ ਕਦਮ ਹੁੰਦਾ ਹੈ ਉਹ ਇਸ ਬਿਮਾਰੀ ਦਾ ਇਲਾਜ ਕਰਨ ਵਾਸਤੇ ਨਹੀਂ, ਸਗੋਂ ਬਿਮਾਰੀ ਨੂੰ ਵਧਾਉਣ ਵਾਸਤੇ। ਜੇ ਹੁਣ ਆਪਾਂ ਪਹਿਲਾਂ ਦੇਖੀ ਤੇ ਪਹਿਲਾਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਨੇ ਇਹ ਗੱਲ ਕਹੀ ਸੀ ਨਾ ਕਿ ਜੇ ਅਸੀਂ ਗਰੀਬਾਂ ਨੂੰ ਆਟਾ ਤੇ ਦਾਲ ਦੇਵਾਂਗੇ, ਸਸਤਾ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ, ਉਹ ਭੜੂਗਾ ਤੋਂ ਉੱਥੋਂ ਤਾਂ ਉਹਨਾਂ ਨੇ ਮੰਗੀ ਨਹੀਂ ਸੀ। ਤੁਸੀਂ ਉਹਨਾਂ ਨੂੰ ਇਸ ਗੱਲ ਦੇ ਕਾਬਲ ਕਿਉਂ ਨਹੀਂ ਬਣਾਉਂਦੇ ਕਿ ਉਹ ਰੁਜ਼ਗਾਰ ਪੈਦਾ ਕਰੋ, ਉਹਨਾਂ ਨੂੰ ਕਮਾ ਕੇ ਆਟਾ ਦਾਲ ਨਾ ਖਾਣ, ਤਾਂ ਪਰੌਂਠੇ ਖਾਣ, ਪੂੜੀਆਂ ਖਾਣ। ਉਹਨਾਂ ਦੇ ਲਈ ਤੁਸੀਂ ਰੁਜ਼ਗਾਰ ਦੇ ਸਾਧਨ ਜਿਹੜੇ ਹੈਗੇ ਹੈ ਉਹ ਰੁਜ਼ਗਾਰ ਦੇ ਸਾਧਨ ਕਿਉਂ ਨਹੀਂ ਪੈਦਾ ਕਰਦੇ? ਵੱਡੀ ਗੱਲ ਹੈ ਕਿ ਰੁਜ਼ਗਾਰ ਦੇ ਸਾਧਨ ਪੈਦਾ ਕਰੋ। ਰੁਜ਼ਗਾਰ ਦੇ ਸਾਧਨਾਂ ਦੀ ਲੋੜ ਹੈ, ਇਸ ਗੱਲ ਦੀ ਲੋੜ ਨਹੀਂ ਕਿ ਤੁਸੀਂ ਉਹਨਾਂ ਨੂੰ ਆਟਾ ਦਾਲ ਜਿਹੜਾ ਹੈਗਾ ਉਹ ਦਿਓ। ਤੁਸੀਂ ਉਹਨਾਂ ਨੂੰ ਕਾਬਲ ਬਣਾਓ ਕਿ ਰੁਜ਼ਗਾਰ ਦੇ ਸਾਧਨ ਜਿਹੜੇ ਉਹ ਉਹਨਾਂ ਦੇ ਲਈ ਹੋਣ। ਸੋ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਨੇ ਜੀ, ਇਹ ਗੱਲਾਂ ਬਾਤਾਂ ਠੀਕ ਨਹੀਂ ਹੈਗੀਆਂ। ਇਹ ਤੋਂ ਪਹਿਲਾਂ ਤੁਸੀਂ ਦੇਖੋ ਕਿ ਹੋਰ ਬੜੇ ਬੜੇ ਐਲਾਨ ਹੁੰਦੇ ਆ, ਜੇ ਅਸੀਂ ਆਹ ਕਰ ਦਿਆਂਗੇ, ਜੇ ਅਸੀਂ ਜੋ ਕਰ ਦਿਆਂਗੇ, ਬਾਹ ਕਰ ਦਿਆਂਗੇ। ਫਿਰ ਕਾਂਗਰਸ ਪਾਰਟੀ ਵਾਲੇ ਨੇ ਕਹਿਤਾ ਜੀ ਇਹ ਤਾਂ ਇਕੱਲੇ ਆਟਾ ਤੇ ਦਾਲ ਹੀ ਦਿੰਦੇ ਸੀ, ਅਸੀਂ ਤੁਹਾਨੂੰ ਨਾਲ ਉਹ ਵੀ ਦੇਵਾਂਗੇ, ਚਾਹ ਪੱਤੀ ਵੀ ਦੇਵਾਂਗੇ, ਘਿਓ ਵੀ ਦੇਵਾਂਗੇ। ਵੀ ਯਾਰ ਐਡੇ ਤੁਸੀਂ ਵਿਚਾਰੇ ਕਿਉਂ ਬਣਾਏ? ਹੁਣ ਤੁਸੀਂ ਇਹ ਦੇਖੋ, ਆਪਾਂ ਪੰਜਾਬ ਦੇ ਵਿੱਚ ਗੱਲ ਕਰ ਲੈਂਦੇ ਜੀ, ਬਾਦਲ ਸਾਹਿਬ ਵੀ ਕਹਿੰਦੇ, ਸਾਰੇ ਕਹਿੰਦੇ ਦੇਖੋ ਜੀ ਅਸੀਂ ਲੋਕਾਂ ਨੂੰ ਮੁਫਤ ਦੇਤੀ ਬਿਜਲੀ, ਖੇਤੀ ਵਾਸਤੇ ਬਿਜਲੀ ਮੁਫਤ ਦੇਤੀ। ਮੈਨੂੰ ਦੱਸੋ ਕਿਸੇ ਕਿਸਾਨ ਜਥੇਬੰਦੀ ਨੇ ਕਦੇ ਮੰਗ ਨਹੀਂ ਕੀਤੀ? ਉਹ ਤਾਂ ਕਹਿੰਦੇ ਸਾਡੀ ਆਮਦਨ ਵਧਾ ਦਿਓ। ਉਹ ਕਹਿੰਦੇ ਸੀਗੇ ਕਿ ਸਾਨੂੰ ਮਤਲਬ ਜਿਹੜੀ ਹੈਗੀ ਹੈ ਲਗਾਤਾਰ ਮਿਲੇ ਬਿਜਲੀ ਔਰ ਕੰਸੈਸ਼ਨਲ ਰੇਟ ਦੇ ਉੱਤੇ ਮਿਲੇ। ਲੇਕਿਨ ਜਦੋਂ ਹੁਣ ਤੁਸੀਂ ਦੇਤੀ, ਜਦੋਂ ਬੰਦ ਕਰਨ ਦੀ ਗੱਲ ਕਰਦੇ ਹੋ ਤੇ ਉਸ ਵੇਲੇ ਫਿਰ ਉਹ ਵਿਰੋਧ ਕਰਦੇ ਕਿ ਭਾਈ ਹੁਣ ਤੁਸੀਂ ਬੰਦ ਕਿਉਂ ਕਰਦੇ ਹੋ? ਮਤਲਬ ਲੋਕਾਂ ਨੂੰ ਇੱਕ ਕਿਸਮ ਦੇ ਘਸਿਆਰੇ ਬਣਾ ਕੇ, ਉਹਨਾਂ ਨੂੰ ਤਰਸ ਦੇ ਪਾਤਰ ਬਣਾ ਕੇ ਕਿ ਲਓ ਜੀ ਅਸੀਂ ਤੁਹਾਨੂੰ ਖੈਰ ਪਾਉਣ ਵਾਲੇ ਪਾਸੇ ਨੂੰ ਤੁਰਦੇ ਹੈ। ਸੋ ਇਵੇਂ ਜਿਵੇਂ ਜਿਹੜੀ ਧਾਰਮਿਕ ਜਿਹੜੀਆਂ ਰਹੁ ਰੀਤਾਂ ਹੈ
ਉਹ ਆਪਣੀ ਥਾਂ ਦੇ ਉੱਤੇ ਸਭ ਦਾ ਸਤਿਕਾਰ ਕਰਨਾ ਬਣਦਾ, ਲੇਕਿਨ ਧਾਰਮਿਕ ਰਹੁ ਰੀਤਾਂ ਦੀ ਆ ਕੇ ਜਾਂ ਧਾਰਮਿਕ ਸਥਾਨਾਂ ਦੀ ਜਿਹੜੀ ਇਸ ਕਿਸਮ ਦੀ ਹੈਗੀ, ਇਹ ਵੋਟਾਂ ਦੇ ਮੌਕੇ ਕਿਉਂ? ਇਹ ਸਵਾਲ ਹੈ। ਬਿਲਕੁਲ ਬਿਲਕੁਲ। ਤੇ ਢਿੱਲੋਂ ਸਾਹਿਬ, ਤੁਸੀਂ ਚੰਨੀ ਹੋਰਾਂ ਦੀ ਗੱਲ ਛੇੜੀ। ਚੰਨੀ ਇਹ ਆਪਦੀਆਂ ਵੋਟਾਂ ਤਾਂ ਪੱਕੀਆਂ ਕਰਦੇ, ਘਰ ਸੰਭਾਲਿਆ ਨਹੀਂ ਜਾ ਰਿਹਾ, ਕਹਿੰਦੇ ਭਾਈ ਹੋਰ ਗੱਡੀ ਚੜ੍ਹ ਗਏ। ਦੇਖੋ, ਭਾਈ ਹੈ ਇਹਨਾਂ ਦੇ ਡਾਕਟਰ ਮਨੋਹਰ ਸਿੰਘ। ਡਾਕਟਰ ਮਨੋਹਰ ਸਿੰਘ ਪੋਸਟ ਗ੍ਰੈਜੂਏਟ ਹੈ ਜੀ ਐਨਥੀਸੀਆ ਦੇ। ਤੇ ਮੈਨੂੰ ਤਾਂ ਅੱਜ ਪਤਾ ਲੱਗਿਆ ਉਹਨਾਂ ਦਾ ਵੀ ਉਹ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਵੀ ਹੈ ਜੀ, ਲਾ ਗ੍ਰੈਜੂਏਟ ਵੀ ਹੈ, ਔਰ ਪੱਤਰਕਾਰਤਾ ਦੇ ਪੋਸਟ ਗ੍ਰੈਜੂਏਟ ਵੀ ਹੈ। ਕਹਿੰਦੇ ਵਾ ਪੂਰੀ ਪੜ੍ਹਾਈ ਕੀਤੀ। ਇਹਦੇ ਮਤਲਬ ਹੈ ਵੀ ਇੱਕੋ ਵੇਲੇ 'ਚ ਬੰਦੇ ਨੇ 3 ਕਿਸਮ ਦੀ ਪੜ੍ਹਾਈ ਕੀਤੀ, ਕਿ ਪੱਤਰਕਾਰਤਾ ਵੀ ਪੜ੍ਹੀ, ਵਕੀਲ ਵੀ ਬਣ ਗਿਆ ਤੇ ਡਾਕਟਰ ਵੀ ਬਣ ਗਿਆ। ਤਾਂ ਮਤਲਬ ਸਿਰੇ ਵਾਲੀਆਂ ਕਾਬਲੀਅਤ ਤਾਂ ਹੈ ਨਾ, ਹੈਗੀਆਂ, ਕਾਬਲੀਅਤ ਤਾਂ ਹੈ ਉਹਦੇ 'ਚ। ਔਰ ਅਗਲੀ ਗੱਲ ਜਿਹੜੀ ਹੈ, ਪਤਾ ਇਹ ਲੱਗਿਆ ਕਿ ਜਦੋਂ ਕਰੋਨਾ ਦਾ ਦੌਰਾ ਸ਼ੁਰੂ ਸੀ, ਉਸ ਵੇਲੇ ਉਹ ਬੱਸੀ ਪਠਾਣਾ ਹਲਕੇ ਦੇ ਵਿੱਚ ਨੌਕਰੀ ਕਰਦੇ ਹੁੰਦੇ ਸੀ, ਔਰ ਉਹਨਾਂ ਨੂੰ ਨੌਕਰੀ ਕਰਨ ਵਾਸਤੇ ਜਿਹੜੀ ਜਗ੍ਹਾ ਮਿਲੀ ਸੀਗੀ ਜੀ, ਉਹ ਜਗ੍ਹਾ ਵੀ ਜਿਹੜੀ ਹੈ ਬੜੀ ਵਧੀਆ ਸੀ। ਪ੍ਰਾਇਮਰੀ ਹੈਲਥ ਸੈਂਟਰ ਆਨੰਦਪੁਰ ਕਲੋਰ ਜੀ, ਉੱਥੇ ਤੈਨਾਤੀ ਦੇ ਦੌਰਾਨ ਉਹਨਾਂ ਨੇ ਕਰੋਨਾ ਦੇ ਮਰੀਜ਼ਾਂ ਦੀ ਬੜੀ ਸੇਵਾ ਕੀਤੀ। ਅੱਛਾ ਜੀ। ਔਰ ਲੋਕਾਂ ਦੇ ਵਿੱਚ ਬੜਾ ਨਾਂ ਬਣਾ ਲਿਆ। ਜਦੋਂ ਨਾਂ ਬਣਾ ਲਿਆ ਤੇ ਇਹ ਪਤਾ ਲੱਗਿਆ ਕਿ ਬੰਦਾ ਆਪਦਾ ਨਾਂ ਬਣਾਈ ਜਾਂਦਾ ਹੈ ਤੇ ਆਪਣੇ ਲਈ ਇਹ ਕੱਲ੍ਹ ਨੂੰ ਪ੍ਰੋਬਲਮ ਖੜੀ ਹੋ ਜੂ। ਜਿਹੜੇ ਉੱਥੋਂ ਦੇ MLA ਹੈ ਗੁਰਪ੍ਰੀਤ ਸਿੰਘ GP ਜੀ, ਕਹਿੰਦੇ ਆ, ਇਹਨਾਂ ਦਾ ਇਲਜ਼ਾਮ ਹੈ ਡਾਕਟਰ ਮਨੋਹਰ ਸਿੰਘ ਦਾ, ਕਿ ਗੁਰਪ੍ਰੀਤ ਸਿੰਘ GP ਨੇ ਆਪਣੇ ਅਸਰ ਸੂਖ ਦੀ ਵਰਤੋਂ ਕਰਕੇ, MLA ਹੋਣ ਕਰਕੇ, ਕਿ ਮੇਰੇ ਹਲਕੇ ਦਾ SMO ਇਸ ਪ੍ਰਾਇਮਰੀ ਹੈਲਥ ਸੈਂਟਰ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਉਹਨਾਂ ਨੇ ਉਸ ਵੇਲੇ ਦੇ ਹੈਲਥ ਮਿਨਿਸਟਰ ਨੂੰ ਕਿਹਾ ਹੋਊ ਜਾਂ ਚੀਫ ਮਿਨਿਸਟਰ ਨੂੰ ਕਿਹਾ ਹੋਊਗਾ, ਹਾਂਜੀ, ਕਿਸੇ ਹੋਰ ਅਫਸਰ ਨੂੰ ਕਿਹਾ ਹੋਊਗਾ, ਉਹਦੀ ਬਦਲੀ ਕਰਾਤੀ। ਅੱਛਾ ਜੀ। ਮਤਲਬ ਵਜ਼ੀਰ ਦੇ ਭਰਾ ਦੀ ਬਦਲੀ ਕਰਾ ਦਿੱਤੀ ਆਪਣੇ ਹਲਕੇ ਦੇ ਵਿੱਚੋਂ। ਤੇ ਹੁਣ ਜਦੋਂ ਆ ਗਿਆ ਚੋਣਾਂ ਦਾ ਮੌਕਾ, ਤੇ ਉਧਰ ਮਤਲਬ ਤਕਦੀਰ ਨੇ ਜੋ ਥੋੜੀ ਜਿਹੀ ਕਰਵਟ ਬਦਲੀ, ਤੇ ਹੋਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਸੀਸਮਾ ਮਹਿਲ ਤੱਕ ਸੀਮਿਤ ਰਹਿ ਗਏ ਜੀ, ਔਰ ਚਰਨਜੀਤ ਸਿੰਘ ਚੰਨੀ ਹੈ ਜਿਹੜੇ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਹਾਲਾਂਕਿ ਚਰਨਜੀਤ ਸਿੰਘ ਚੰਨੀ ਬਾਰੇ ਜੇ ਆਪਾਂ ਕਹਿ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਲਾਉਣ ਵਾਲੇ ਜਿਹੜੇ ਪੱਕੇ ਬੰਦੇ ਸੀ ਜੀ, ਇਹ ਲਾਉਣ ਦੇ ਵਿੱਚ ਮੂਹਰੇ ਤਾਂ ਜ਼ਰੂਰ ਸੀ, ਪਰ ਉਹਨਾਂ ਪੱਕਾ ਨਹੀਂ ਸੀ। ਅੱਛਾ ਜੀ। ਤੁਹਾਡੇ ਯਾਦ ਹੋਣਾ ਇੱਕ ਵਾਰੀ 3-4 ਵਜ਼ੀਰ ਇਕੱਠੇ ਹੋ ਕੇ ਗਏ ਸੀ ਦਿੱਲੀ, ਜਿਹਦੇ 'ਚ ਜਿੱਦਾਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰੇ, ਤੇ ਬਾਜਵਾ ਨੇ ਕਿਹਾ ਸੀ ਸਾਨੂੰ ਨਹੀਂ ਇਹ ਚੀਫ ਮਿਨਿਸਟਰ ਚਾਹੀਦਾ, ਇਹ ਬਾਦਲਾਂ ਨਾਲ ਰਲਿਆ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਸੀਗਾ, ਤੇ ਚੰਨੀ ਸਾਹਿਬ ਵੀ ਉਹੀ ਬੋਲੀ ਬੋਲੇ ਸੀ, ਤੇ ਨਾਲ ਮਗਰੇ ਰੰਧਾਵਾ ਸਾਹਿਬ ਵੀ ਸੀ। ਇਹ ਇੱਕ ਇਹਨਾਂ ਨਾਲ ਸ਼ਾਇਦ ਕੋਈ ਹੋਰ ਸੀ। 3-4 MLA ਇਹ ਚਲੇ ਗਏ ਸੀ ਦਿੱਲੀ, ਕਿ ਜੀ ਅਸੀਂ ਹਾਈ ਕਮਾਂਡ ਨੂੰ ਮਿਲਣਾ। ਉਸੇ ਵੇਲੇ ਕੈਬਨਿਟ ਦੀ ਮੀਟਿੰਗ ਰੱਖ ਲਈ ਜੀ। ਕੈਬਨਿਟ ਦੀ ਮੀਟਿੰਗ ਜਿਹੜੀ ਹੈ ਉਹ ਵਰਚੁਅਲ ਮੀਟਿੰਗ ਸੀਗੀ, ਤੇ ਇਹ ਫਿਰ ਵਰਚੁਅਲੀ ਆਪਣੇ ਮਤਲਬ ਉਹਨਾਂ ਨੂੰ ਆਪਦੇ ਸਾਥੀਆਂ ਨੂੰ ਛੱਡ ਕੇ ਕਿਸੇ ਹੋਟਲ ਚਲੇ ਗਏ ਸੀ, ਤੇ ਉੱਥੋਂ ਜਾ ਕੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਹਾਜ਼ਰੀ ਲਵਾ ਲਈ ਜੀ ਜੀ। ਹਾਜ਼ਰੀ ਭਰਤੀ ਸੀ, ਪਰ ਇਹਦੇ ਬਾਵਜੂਦ ਕਿਉਂਕਿ ਕਾਂਗਰਸ ਹਾਈ ਕਮਾਂਡ ਦੀ ਇਹ ਮਜਬੂਰੀ ਸੀ, ਲੋੜ ਸੀ ਉਹਨਾਂ ਨੂੰ, ਉਹਨਾਂ ਨੇ ਦਲਿਤ ਭਾਈਚਾਰੇ ਦੀ ਵੋਟ ਲੈਣੀ ਸੀ, ਉਹਨਾਂ ਨੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਤਾ। ਲਓ ਜੀ, ਭਰਾ ਬਣ ਗਿਆ ਮੁੱਖ ਮੰਤਰੀ ਜੀ। ਤੇ ਫਿਰ ਜਿਹੜਾ ਡਾਕਟਰ ਭਰਾ ਸੀ ਉਹਨੇ ਆਸਾ ਵੇਖਿਆ ਨਾ ਪਾਸਾ, ਤੇ ਉਹਨੇ ਨਾਲ ਦੀ ਨਾਲ ਨੌਕਰੀ ਤੋਂ ਦਿੱਤਾ ਅਸਤੀਫਾ ਦੇ ਕੇ, ਤੇ ਉਹ ਕਹਿੰਦਾ ਜੀ ਮੈਂ ਤਾਂ ਲੜੂੰਗਾ ਚੋਣ, ਤੇ ਲੜੂੰਗਾ ਵੀ ਬੱਸੀ ਪਠਾਣਾ ਤੋਂ ਜੀ। ਇੰਨੀ ਕੁ ਪ੍ਰਿਵਿਲੇਜ ਦਾਨੇਵਾਲੀਆ ਸਾਹਿਬ ਚੀਫ ਮਿਨਿਸਟਰ ਨੂੰ ਹੁੰਦੀ ਹੈ ਕਿ ਉਹ ਆਪਣੀ ਮਰਜ਼ੀ ਦੇ ਲੋਕਾਂ ਨੂੰ ਵੋਟ ਥੋੜੀਆਂ ਜਿਹੀਆਂ ਸੀਟਾਂ ਦਵਾ ਲਵੇ ਜੀ। ਪਰਿਵਾਰਕ ਮੈਂਬਰਾਂ ਨੂੰ ਵੀ ਮਿਲ ਜਾਂਦੀਆਂ ਹੁੰਦੀਆਂ। ਵੈਸੇ ਭਾਵੇਂ ਕਾਂਗਰਸ ਹਾਈ ਕਮਾਂਡ ਨੇ ਕਹਿੰਦੇ ਫੈਸਲਾ ਕੀਤਾ ਕਿ ਇੱਕ ਪਰਿਵਾਰ ਚੋਂ ਇੱਕੋ ਬੰਦੇ ਨੂੰ ਵੋਟ ਆਪਣੀ ਸੀਟ ਮਿਲੂਗੀ, ਲੇਕਿਨ ਕਈ ਵਾਰੀ ਇਹੋ ਜਿਹੀ ਵੀ ਹੁੰਦੀ ਹੈ, ਜੇ ਆਪਾਂ ਅੱਗਾ ਪਿੱਛਾ ਦੇਖ ਲਈਏ ਵੀ ਇੱਕ ਪਰਿਵਾਰ ਦੇ ਵਿੱਚੋਂ 2-2 ਵੀ ਲੜਦੇ ਹੁੰਦੇ, ਤੇ 2-2 ਲੜਦੇ ਇਸ ਢੰਗ ਦੇ ਨਾਲ ਹੁੰਦੇ ਵੀ ਪਿਓ ਪਾਰਲੀਮੈਂਟ ਦਾ ਮੈਂਬਰ ਹੁੰਦਾ, ਪੁੱਤ ਅਸੈਂਬਲੀ ਦੀ ਮਿਲ ਜਾਂਦੀ ਹੈ, ਜਿਵੇਂ ਡਾਕਟਰ ਅਮਰ ਸਿੰਘ ਦੇ ਮੁੰਡੇ ਨੂੰ ਹੁਣ ਮਿਲ ਗਈ ਹੈ। ਨਹੀਂ, ਰਾਜਾ ਵੜਿੰਗ ਨੂੰ ਆਪ ਨੂੰ ਹੀ 2 ਮਿਲ ਗਈਆਂ ਸੀ, MLA ਵੀ ਸੀ ਤੇ MP ਦੀ ਵੀ ਮਿਲ ਗਈ ਉਹਨੂੰ। ਚਲੋ ਉਹ ਤਾਂ ਬੰਦਾ ਇੱਕੋ ਹੈ ਨਾ, ਬੰਦਾ ਇੱਕੋ ਹੈ, ਉਧਰਲੇ ਪਾਸੇ ਵੀ ਬੰਦੇ 2 ਹੋ ਜਾਂਦੇ, ਵੀ ਘਰ ਦੇ 2 ਬੰਦੇ ਐਡਜਸਟ ਹੋ ਜਾਣ। ਤਾਂ ਉਹ ਕਹਿੰਦੇ ਵੀ ਨਹੀਂ, ਇਹ ਟਿਕਟ ਹੁਣ ਕਿਵੇਂ ਕਰੀਏ, ਇਹਦਾ ਟਿਕਟ ਦੇਈਏ ਕਿ ਨਾ ਦੇਈਏ। ਲਓ ਜੀ, ਜਦੋਂ ਉਧਰੋਂ ਉਹਨੇ ਐਲਾਨ ਕਰਤਾ, ਤੇ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਲੈ ਮਿੱਤਰਾ ਗੱਲ ਇਹ ਹੈ ਵੀ ਹੁਣ ਟਿਕਟ ਕਿਵੇਂ ਲੈ ਲੇਗਾ ਤੂੰ। ਨਵਜੋਤ ਸਿੰਘ ਸਿੱਧੂ ਨੇ ਪੂਰਾ ਜੀ ਮਤਲਬ ਕਹਿਤਾ ਕਿ ਰੈਲੀ ਰੱਖੀ ਹੋਈ ਸੀ GP ਨੇ, ਕਿ ਮੈਂ ਜੀ ਉਸ ਰੈਲੀ 'ਚ ਜਾਊਂਗਾ। ਆਪਣੇ ਜਿਹੜਾ ਸੋਸ਼ਲ ਮੀਡੀਆ ਪੇਜ ਦੇ ਉੱਤੇ ਵੀ ਉਹਨਾਂ ਨੇ ਪਾਤੀ, ਫੋਟੋ ਵੀ ਪਾਤੀ GP ਦੇ ਨਾਲ, ਤੇ GP ਦੇ ਜਾ ਕੇ ਹੱਕ 'ਚ ਕਰਕੇ ਰੈਲੀ ਵੀ। ਦੀ ਦੁਨੀਆ ਦੀ ਕੋਈ ਤਾਕਤ ਟਿਕਟ ਨਹੀਂ ਕੱਟ ਸਕਦੀ, ਮੈਂ ਇਹਦੇ ਨਾਲ ਖੜਾ ਜੀ। ਲਓ ਜੀ, ਟਿਕਟ ਉਹਨੂੰ ਮਿਲਦੀ ਰਹਿ ਗਈ, ਤੇ ਉਹ ਹੁਣ GP ਬਣ ਗਿਆ। ਤੇ ਜੇ ਹੁਣ GP ਸਾਹਿਬ ਬਣ ਗਿਆ, ਤੇ ਉਹ ਕਹਿੰਦਾ ਵੀ ਹੁਣ ਮੈਂ ਫਿਰ ਰਹਾਂ ਕਿ ਨਾ ਰਹਾਂ। ਉਹਨੇ ਨਾਲ ਦੀ ਨਾਲ ਫੈਸਲਾ ਕਰ ਲਿਆ, ਕਹਿੰਦਾ ਜੀ ਮੈਂ ਨਹੀਂ ਰਹਿੰਦਾ। ਅੱਛਾ, ਮੈਂ ਚੱਲਿਆ, ਮੈਂ ਤਾਂ ਆਪਦਾ ਇੰਡੀਪੈਂਡੈਂਟ ਖੜਾ ਹੋਊਂਗਾ। ਫਿਰ ਉਹਨੂੰ ਪੁੱਛਿਆ ਵੀ ਭਰਾ ਤੇਰਾ ਮੁੱਖ ਮੰਤਰੀ ਹੈ, ਤੇ ਤੂੰ ਆਪਦੀ ਪਾਰਟੀ, ਉਹਦਾ ਭਰਾ ਹੈ,
ਪਰ ਮੇਰਾ ਰਾਈਟ ਬਣਦਾ, ਮੇਰਾ ਹੱਕ ਬਣਦਾ। ਕਹਿੰਦਾ ਜਿਹੜੇ ਸਰਵੇ ਕਰਵਾਏ ਸੀ ਜੀ, ਸਰਵੇਖਣਾਂ ਦੇ ਵਿੱਚ ਕਹਿੰਦਾ ਮੈਂ ਨੰਬਰ 1 ਤੇ ਆਉਣਾ, ਪਰ ਇਹ ਤਾਂ ਕਹਿੰਦੇ ਵੀ ਦਬਾਅ ਦੀ ਵਜ੍ਹਾ ਕਾਰਨ ਟਿਕਟ ਉਹਨਾਂ ਨੂੰ ਦੇ ਦਿੱਤੀ ਜੀ। ਦਾਨੇਲੀਆ ਸਾਹਿਬ ਇਕੱਲੀ ਟਿਕਟ ਇਹ ਨਹੀਂ ਦਿੱਤੀ, ਟਿਕਟ ਇੱਕ ਹੋਰ ਵੀ ਹੋ ਗਈ। ਅੱਛਾ ਜੀ। ਇੱਕ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਨੂੰ ਟਿਕਟ ਮਿਲੀ ਆ, ਉਹ ਵੀ ਸਿਟਿੰਗ MLA। ਨਵਤੇਜ ਸਿੰਘ ਚੀਮਾ ਕਦੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਸਿਪਾਹ ਸਲਾਰ ਆ ਜਿਹੜੇ ਉਹਨਾਂ ਚੋਂ ਇੱਕ ਹੁੰਦਾ ਸੀ। ਰਾਣਾ ਗੁਰਜੀਤ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਦਾ ਸਿਪਾਹ ਸਲਾਰ ਸੀ ਜੀ। ਲੇਕਿਨ ਜਦੋਂ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਉਹ ਰੇਤੇ ਵਾਲੀਆਂ ਖੱਡਾਂ ਦਾ ਰੌਲਾ ਪਿਆ ਤੇ ਰੌਲਾ ਪਾਇਆ ਕਿਹਨੇ ਸਭ ਤੋਂ ਜ਼ਿਆਦਾ ਪਾਇਆ ਸੀ? ਸੁਖਪਾਲ ਸਿੰਘ ਖਹਿਰਾ ਨੇ। ਉਸੇ ਕਰਕੇ ਉਹਨੂੰ ਛੱਡਣੀ ਪਈ। ਹਾਂ, ਸੁਖਪਾਲ ਸਿੰਘ ਖਹਿਰਾ ਦੇ ਦਬਾਅ ਦੇ ਕਾਰਨ ਜਿਹੜਾ ਸੀਗਾ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਦੇ ਵਿੱਚੋਂ ਹਟਾਉਣ ਲਈ ਕਹਿ ਦਿੱਤਾ ਹਾਈ ਕਮਾਂਡ ਨੇ, ਤੇ ਕੈਪਟਨ ਅਮਰਿੰਦਰ ਸਿੰਘ ਨੇ ਨਾ ਚਾਹੁੰਦੇ ਹੋਇਆ ਵੀ ਆਪਣੀ ਕੈਬਨਿਟ 'ਚ ਉਹਨੂੰ ਹਟਾਤਾ ਸੀ। ਹਾਲਾਂਕਿ ਜੇ ਰਾਣਾ ਗੁਰਜੀਤ ਸਿੰਘ ਦੀ ਨੇੜਤਾ ਆਪਾਂ ਦੇਖੀਏ ਤੇ ਇਕੱਲੀ ਉਹਨਾਂ ਦੀ ਨੇੜਤਾ ਦੋਸਤੀ ਨਹੀਂ ਸੀ, ਉਹ ਪਿਛਲੇ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਕੰਮ ਵੀ ਆਏ ਸੀ। ਮੇਰੇ ਯਾਦ ਆ ਜਦੋਂ ਮੋਗਾ ਬਾਈ ਇਲੈਕਸ਼ਨ ਹੁੰਦੀ ਸੀ, ਮੋਗਾ ਬਾਈ ਇਲੈਕਸ਼ਨ ਵੇਲੇ ਵੀ ਮੋਗਾ ਦੀ ਸੀਟ ਤੇ ਉਹ ਇੰਚਾਰਜ ਸੀ। ਜਦੋਂ ਵੀ ਕੋਈ ਸੀਟ ਦੀ ਕਿਸੇ ਦੇ ਕੋਈ ਬਾਈ ਇਲੈਕਸ਼ਨ ਆਉਂਦੀ ਸੀ ਤੇ ਉਹਦੇ ਵਿੱਚ ਰਾਣਾ ਗੁਰਜੀਤ ਸਿੰਘ ਸਾਹਮਣੇ ਮੋਢੀ ਹੁੰਦੇ ਸੀ। ਤੇ ਮੋਢੀ ਹੋਣ ਦਾ ਮਤਲਬ ਕੀ ਹੁੰਦਾ ਹੈ? ਕਿ ਨਾਮੇ ਸ਼ਾਮੇ ਦਾ ਪ੍ਰਬੰਧ ਭਾਈ ਸਾਰਾ ਤੂੰ ਕਰਨਾ, ਤੇ ਉਹ ਬੰਦਾ ਪ੍ਰਬੰਧ ਕਰਦਾ ਸੀ। ਜਿਹੜੇ ਬੰਦੇ ਨੇ ਤੁਹਾਡੀ ਖਾਤਰ ਫਾਈਨਾਂਸ ਕੀਤਾ ਹੋਵੇ, ਤੁਹਾਡੇ ਤੇ ਪੈਸਾ ਲਾਇਆ ਹੋਵੇ, ਤੁਸੀਂ ਉਹਨੂੰ ਜਦੋਂ ਹਟਾ ਦਿੰਦੇ ਹੋ ਤੇ ਬੰਦਾ ਦੂਰ ਤੱਕ ਚਲਾ ਜਾਂਦਾ, ਪਰ ਫਿਰ ਵੀ ਨਾਲ ਹੀ ਰਿਹਾ। ਜੀ। ਫਿਰ ਇਹ ਆ ਗਿਆ ਸੀਗਾ ਵੀ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਰੀਸ਼ਫਲ ਕਰੂਗਾ ਤੇ ਰੀਸ਼ਫਲ ਦੇ ਵਿੱਚ ਦਾ ਲੱਗ ਜੇ, ਲੇਕਿਨ ਉਹ ਰੀਸ਼ਫਲ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਤਖਤਾ ਪਲਟ ਹੋ ਗਿਆ ਜੀ। ਤੇ ਚੰਨੀ ਸਾਹਿਬ ਆ ਗਏ, ਤੇ ਚੰਨੀ ਸਾਹਿਬ ਨੇ ਆ ਕੇ ਜੀ ਫਿਰ ਰਾਣਾ ਗੁਰਜੀਤ ਸਿੰਘ ਨੂੰ ਵੀ ਆਪਣੀ ਕੈਬਨਿਟ ਦੇ ਵਿੱਚ ਲੈ ਲਿਆ। ਹਾਲਾਂਕਿ ਵਿਰੋਧ ਬਹੁਤ ਹੋਇਆ ਸੀ। ਰਾਣਾ ਕਪੂਰਥਲਾ ਤੋਂ MLA ਹੈ ਜੀ। ਉਹਨਾਂ ਦਾ ਕਾਰੋਬਾਰ ਜਿਹੜਾ ਹੈਗਾ ਤੁਹਾਨੂੰ ਪਤਾ ਉਸ ਇਲਾਕੇ ਸਾਰੇ 'ਚ ਹੀ ਫੈਲਿਆ ਹੋਇਆ। ਬਿਲਕੁਲ ਪੂਰਾ ਜੀ। ਉਹਨਾਂ ਦਾ ਬੇਟਾ ਜਿਹੜਾ ਹੈਗਾ ਉਹ ਸਰਗਰਮੀ ਦਿਖਾਉਣ ਲੱਗ ਗਿਆ ਸੁਲਤਾਨਪੁਰ ਲੋਧੀ 'ਚ। ਅੱਛਾ ਜੀ। ਤੇ ਉਹਨੇ ਕਲੇਮ ਕਰ ਲਿਆ ਜੀ ਮੈਂ ਤਾਂ ਸੁਲਤਾਨਪੁਰ ਲੋਧੀ ਤੋਂ ਚੋਣ ਲੜੂੰਗਾ। ਤੇ ਸੁਲਤਾਨਪੁਰ ਲੋਧੀ ਵੀ ਪਹੁੰਚ ਗਏ ਜੀ ਸਿੱਧੂ ਸਾਹਿਬ। ਤੇ ਸਿੱਧੂ ਸਾਹਿਬ ਨੇ ਜਾ ਕੇ ਨਵਤੇਜ ਸਿੰਘ ਚੀਮਾ ਨੂੰ ਖੜਾ ਕਰਕੇ ਕਹਿੰਦਾ ਆ ਮੇਰਾ ਗਾਡਰ ਕੈਂਡੀਡੇਟ ਜੀ, ਤੇ ਇਹਨੂੰ ਕੌਣ ਹਟਾਊਗਾ? ਲਓ ਜੀ ਮੈਂ ਇੱਥੇ ਆ ਖੜਾ ਕਰਤਾ। ਤੇ ਨਾਲ ਉਹਨੇ ਫਿਰ ਇੱਕ ਸ਼ਬਦ ਵੀ ਜਿਹੜਾ ਬੜਾ ਕਲੱਲਾ ਬੋਲਤਾ ਸੀ ਵੀ ਜਦੋਂ ਇਹ ਬੰਦਾ ਲਲਕਾਰਾ ਮਾਰਦਾ ਨਾ, ਭਲਕਰਾ ਮਾਰਦਾ ਤੇ ਪੈਂਟ ਗਿੱਲੀ ਹੋ ਜਾਂਦੀ ਹੈ ਥਾਣੇਦਾਰ। ਉਹਦੇ ਤੇ ਵੀ ਤੁਹਾਨੂੰ ਪਤਾ ਵੀ ਬੜਾ ਪਰੰਤੂ ਬਹੁਤ ਜ਼ਿਆਦਾ ਹੋਇਆ ਸੀ। ਖੈਰ ਹੁਣ ਹੋਇਆ ਕੀ ਕਿ ਟਿਕਟ ਨਵਤੇਜ ਸਿੰਘ ਚੀਮਾ ਨੂੰ ਮਿਲ ਗਈ ਜੀ, ਤੇ ਰਾਣੇ ਗੁਰਜੀਤ ਸਿੰਘ ਦਾ ਮੁੰਡਾ ਰਹਿ ਗਿਆ ਪਾਸੇ ਰਹਿਣ ਤੋਂ ਬਾਅਦ ਤੇ ਐਲਾਨ ਉਹਨੇ ਵੀ ਕਰਤਾ ਵੀ ਮੈਂ ਵੀ ਆਜ਼ਾਦ ਲੜੂੰਗਾ। ਹੁਣ ਆਜ਼ਾਦ ਸਮਝ ਲਓ ਵੀ ਜੇ ਵਜ਼ੀਰਾਂ ਦੇ ਮੁੰਡੇ ਲੜਨ ਲੱਗੇ ਤਾਂ ਫਿਰ ਬਣੂਗੀ, ਜੇ ਮੁੱਖ ਮੰਤਰੀ ਕਿੱਥੇ ਲੱਗਿਆ। ਹੁਣ ਦਾਨੇਵਾਲੀਆ ਸਾਹਿਬ ਦਾ ਕਾਰਨ ਕੀ ਹੈ? ਕਾਰਨ ਇਹਦਾ ਇਹ ਹੈ ਕਿ ਸੈਂਟਰ ਪਾਵਰ ਸੈਂਟਰ ਕਈ ਬਣ ਗਿਆ। ਆਪਾਂ ਪਹਿਲੇ ਹੀ ਗੱਲ ਕਰਦੇ ਹਾਂ। ਕਦੇ ਵੀ ਉਹ ਫੌਜ ਤੁਹਾਡੀ ਯਾਦ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਜਿਹੜਾ ਜਿੱਤ ਕੇ ਅੰਤ ਨੂੰ ਹਾਰ ਜੰਗਨਾਮਾ ਸ਼ਾਹ ਮੁਹੰਮਦ ਹੈ, ਜਿਹੜੀ ਅੰਗਰੇਜ਼ਾਂ ਦੀ ਤੇ ਸਿੱਖਾਂ ਦੀਆਂ ਲੜਾਈਆਂ ਹੁੰਦੀਆਂ ਉਹਦੇ ਤੇ ਉਹਨਾਂ ਨੇ ਉਹ ਲਿਖਿਆ ਹੋਇਆ ਤੇ ਉਹਦੇ ਤੇ ਉਹਨੇ ਲਿਖਿਆ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਾ ਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ। ਉਹ ਸਰਕਾਰ ਕਿਹੜੀ ਦੀ ਜ਼ਿਕਰ ਕਰਦਾ? ਉਹ ਸਰਕਾਰ ਦੀ ਕਰਦਾ ਮਹਾਰਾਜਾ ਰਣਜੀਤ ਸਿੰਘ ਦੀ ਜੀ। ਸਿੱਖ ਫੌਜਾਂ ਉਹੀ ਸੀ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਵੀ ਲੜਦੀਆਂ ਹੁੰਦੀਆਂ ਸੀ, ਤੇ ਉਹੀ ਸਿੱਖ ਫੌਜਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਨਹੀਂ ਰਹੇ ਤੇ ਉਹ ਲੜੀਆਂ ਵੀ ਬਹਾਦਰੀ ਦੇ ਨਾਲ, ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਜਿੱਤ ਕੇ ਵੀ ਉਹ ਹਾਰ ਗਏ ਸੀ। ਕਿਉਂ ਹਾਰ ਗਏ ਸੀ? ਕਿਉਂਕਿ ਕਮਾਂਡ ਕਰਨ ਵਾਲਾ ਸਰਦਾਰ ਹੈ ਨਹੀਂ ਸੀ। ਜਿਹੜਾ ਇੱਕ ਸਰਦਾਰ ਹੁੰਦਾ ਨਾ, ਸਰਦਾਰ ਦਾ ਮਤਲਬ ਹੁੰਦਾ ਮੁਖੀਆ। ਜੀ। ਜੇ ਕਮਾਂਡਰ ਤੁਹਾਡਾ ਤਕੜਾ ਹੋਵੇ ਤੇ ਤੁਹਾਡੀ ਗੱਲ ਜਾਂਦੀ ਆ। ਮੈਂ ਕੈਪਟਨ ਅਮਰਿੰਦਰ ਸਿੰਘ ਦੀ ਵਕਾਲਤ ਨਹੀਂ ਕਰਦਾ, ਲੇਕਿਨ ਇੱਕ ਗੱਲ ਤਾਂ ਆਪਾਂ ਨੂੰ ਮੰਨਣੀ ਪੈਣੀ ਹੈ ਨਾ ਵੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਛੇਤੀ ਕੀਤੇ ਕਦੇ ਪਾਵਰ ਸੈਂਟਰ 2 ਨਹੀਂ ਬਣਦੇ ਸੀ। ਜੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬਗਾਵਤ ਹੋਈ ਹੈ ਤੇ ਇਹ ਨਹੀਂ ਆਪਾਂ ਕਹਿ ਸਕਦੇ ਕਿ ਬਗਾਵਤ ਪੰਜਾਬ 'ਚ ਉੱਠੀ ਹੈ। ਇਹ ਬਗਾਵਤ ਦਾ ਜਿਹੜਾ ਹੈਗਾ ਗੋਰਖ ਧੰਦਾ ਤਾਂ ਰਚਿਆ ਗਿਆ ਸੀ ਦਿੱਲੀ। ਤੇ ਕ੍ਰਿਸ਼ਨਾ ਅਲਵਾਰੂ ਜਿਹੜਾ ਰਾਹੁਲ ਗਾਂਧੀ ਦਾ ਵੱਡਾ ਐਡਵਾਈਜ਼ਰ ਹੈ, ਉਹ ਕ੍ਰਿਸ਼ਨਾ ਅਲਵਾਰੂ ਅੱਜ ਵੀ ਜਿਹੜੀ ਹੈਗੀ ਹੈ ਪੰਜਾਬ ਦੀ ਸਕਰੀਨਿੰਗ ਕਮੇਟੀ ਦਾ ਮੈਂਬਰ ਹੈ, ਟਿਕਟਾਂ ਦੇਣ ਵਾਲੀ ਦਾ। ਉਸ ਬੰਦੇ ਦੀ ਉਚੇਚੇ ਤੌਰ ਤੇ ਡਿਊਟੀ ਲਾਈ ਗਈ ਕਿ ਭਾਈ ਤੂੰ ਜਾ ਕੇ ਉੱਥੇ ਤਿਆਰ ਕਰ, ਤੇ ਉਹਨੇ ਉਸ ਬਗਾਵਤ ਦੀ ਰੂਪ ਰੇਖਾ ਤਿਆਰ ਕਰਕੇ ਬੰਦਿਆਂ ਨੂੰ ਤਿਆਰ ਕੀਤਾ, ਤਾਂ ਕਰਵਾਈ ਸੀ। ਹੁਣ ਉਹੀ ਲੀਡਰ ਹੈ। ਕ੍ਰਿਸ਼ਨਾ ਅਲਵਾਰੂ ਵੀ ਇੱਥੇ ਬੈਠਾ ਹੈ, ਹਰੀਸ਼ ਚੌਧਰੀ ਵੀ ਇੱਥੇ ਬੈਠਾ ਹੈ, ਹਰੀਸ਼ ਰਾਵਤ ਚਲਾ ਗਿਆ, ਲੇਕਿਨ ਜਦੋਂ ਪੱਕਾ ਕੋਈ ਸਿਰ ਕੱਢ ਬੰਦਾ ਹੈ ਨਹੀਂ ਜਿਹਦੇ ਕੋਲੇ ਡਾਂਗ ਹੋਵੇ ਤੇ ਡਾਂਗ ਫੜ ਕੇ ਸਾਰੇ ਹੱਕੇ, ਉਹ ਹੱਕਣ ਵਾਲਾ ਤਾਂ ਹੈ ਨਹੀਂ। ਮੇਰੇ ਯਾਦ ਹੈ ਇੱਕ ਵਾਰੀ, ਹੁਣ ਗੱਲ ਤੁਸੀਂ ਜਦੋਂ ਹੱਕਣ ਵਾਲੀ ਗੱਲ ਕਰ ਲਈ, ਮੈਂ ਕਿਸੇ ਪੁਲਿਸ ਅਫਸਰ ਤੋਂ ਸੁਣਿਆ ਸੀ ਗੱਲ ਵੀ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਦਲ ਖਾਲਸਾ ਦੀ ਬੁਨਿਆਦ ਰੱਖੀ ਗਈ ਹੈ ਪੰਜਾਬ 'ਚ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸੇ ਪਿੰਡ ਦੇ ਵਿੱਚ ਦਲ ਖਾਲਸਾ ਵਾਲਿਆਂ ਦੀ ਮੀਟਿੰਗ ਹੋਈ ਤਾਂ ਤੁਸੀਂ ਯਾਦ ਕਰੋ ਉਦੋਂ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ ਕਿ ਦਲ ਖਾਲਸਾ ਦੇ 13 ਪੰਚ ਬਣਾਏ ਗਏ।
ਉਹ 13 ਪੰਚਾਂ ਵਾਲੀ ਗੱਲ ਬਣੀ ਤੇ ਉੱਥੋਂ ਕਿਸੇ ਕੋਈ ਬੰਦਾ ਉਸ ਘਰ ਦੇ ਵਿੱਚ ਆਇਆ ਸੀ ਜਿਸ ਘਰ ਦੇ ਵਿੱਚ ਮੀਟਿੰਗ ਹੋਈ ਸੀ ਤੇ ਉਹਦੀ ਕਿਸੇ ਪੁਲਿਸ ਅਫਸਰ ਨਾਲ ਲਿਹਾਜ਼ ਸੀ। ਉਹ ਅਗਲੇ ਦਿਨ ਉਹ ਪੁਲਿਸ ਅਫਸਰ ਦੇ ਕੋਲ ਦੀ ਲੰਘਣ ਲੱਗਿਆ ਤੇ ਉਹਨੇ ਪੁਲਿਸ ਅਫਸਰ ਨੂੰ ਦੱਸਤਾ ਜੀ ਐਂ ਕਰਕੇ ਤੇ ਮੈਂ ਦੇਖਿਆ ਵੀ ਉੱਥੇ ਰਾਤ ਦਲ ਖਾਲਸਾ ਦੀ ਮੀਟਿੰਗ ਹੋਈ, ਇੱਕ ਵਿੱਚ ਬਜ਼ੁਰਗ ਬੰਦਾ ਬੈਠਾ ਸੀ, 13 ਪੰਚਾਂ ਦੇ ਵਿੱਚ ਨਾਂ ਉਹਦਾ ਵੀ ਆ ਗਿਆ ਸੀ ਜੀ, ਪਰ ਉਹ ਬਜ਼ੁਰਗ ਕਹਿੰਦਾ ਵੀ ਨਹੀਂ ਯਾਰ ਮੈਂ ਨਹੀਂ ਬਣਨਾ ਤੇ ਮੈਂ ਤਾਂ ਆਪਣਾ ਨਾਮ ਵਾਪਸ ਲੈਣਾ। ਤੇ ਕਹਿੰਦੇ ਵੀ ਕੀ ਗੱਲ? ਉਹ ਕਹਿੰਦਾ ਵੀ ਸ਼ਬਦ ਉਹਨੇ ਵੀ ਕਿ 12 ਜਣਿਆਂ ਨੂੰ ਹੱਕਣ ਵਾਸਤੇ ਕਿ 13ਵਾਂ ਵੀ ਚਾਹੀਦਾ। ਹਾਂ ਠੀਕ ਹੈ, ਉਹਨੇ ਸ਼ਬਦ ਤਾਂ ਕੁਛ ਹੋਰ ਬੋਲਿਆ ਸੀ ਲੇਕਿਨ ਮੈਂ ਰਿਪੀਟ ਨਹੀਂ ਕਰ ਸਕਦਾ ਕਿਉਂਕਿ ਦਲ ਖਾਲਸਾ ਬਹੁਤ ਵੱਡਾ ਨਾਂ ਹੈ ਬਿਲਕੁਲ, ਉਹਦੇ ਵਿੱਚ ਮੈਂ ਨਹੀਂ ਉਹ ਗੱਲ ਕਰ ਸਕਦਾ, ਆਪਾਂ ਕੋਈ ਐਡੀ ਗੁਸਤਾਖੀ ਨਹੀਂ ਕਰ ਸਕਦੇ। ਇਹ ਜਦੋਂ ਉਹਨੇ ਗੱਲ ਕਹੀ ਤੇ ਜਿਹੜਾ ਪੁਲਿਸ ਅਫਸਰ ਸੀ ਉਹ ਭੱਜ ਕੇ ਰਵੈਰੋ ਕੋਲੇ ਭੱਜਿਆ। ਅੱਛਾ ਜੀ। ਰਵੈਰੋ ਨੂੰ ਕਹਿੰਦਾ ਜੀ ਆਪਾਂ ਉਹ ਜਿਹੜਾ ਬਜ਼ੁਰਗ ਹੈ ਨਾ ਉਹਨੂੰ ਫੜ ਕੇ ਤੇ NSA 'ਚ ਬੰਦ ਕਰ ਦਈਏ। ਤੇ ਉਹ ਬਜ਼ੁਰਗ ਕੌਣ ਸੀ ਜੀ? ਉਹ ਬਜ਼ੁਰਗ ਦਾ ਨਾਮ ਸੀ ਡਾਕਟਰ ਸੋਹਣ ਸਿੰਘ ਜੀ। ਉਹ ਕਹਿੰਦਾ ਜਿਹੜਾ ਬੰਦਾ ਇੰਨਾ ਸੋਚਦਾ ਹੈ ਕਿ 12 ਬੰਦਿਆਂ ਨੂੰ ਕਮਾਂਡ ਕਰਨ ਵਾਸਤੇ ਇੱਕ ਜਿਹੜਾ ਹੈ ਉਹਨਾਂ ਦਾ ਸਰਦਾਰ ਵੀ ਚਾਹੀਦਾ ਹੈ ਤੇ ਕੱਲ ਨੂੰ ਸਾਡੇ ਲਈ ਤਾਂ ਪ੍ਰॉब्लम क्रिएट हो जाएगी। तो वो कहते रवैरो कहता आप बच्चों हो बच्चों जैसी बात करते हो, बूढ़ा आदमी करेगा क्या? ਤੇ ਫਿਰ ਬੂਢੇ ਨੇ ਫਿਰ ਜਿਹੜੇ ਜਲਵੇ ਦਿਖਾਏ ਉਹ ਆਪਾਂ ਨੂੰ ਪਤਾ ਵੀ ਇੱਕ ਸਟੇਟਮੈਂਟ ਹੁੰਦੀ ਸੀ ਡਾਕਟਰ ਸੋਹਣ ਸਿੰਘ ਦੇ ਨਾਂ ਤੇ 15 ਦਿਨ ਪੰਜਾਬ ਬੰਦ ਰਹਿੰਦਾ ਸੀ। ਠੀਕ ਹੈ, ਉਹ ਕਮਾਂਡਰ ਦੀ ਗੱਲ ਸੀ, ਕਮਾਂਡ ਦੀ ਗੱਲ ਸੀ। ਚਲੋ ਉਹਦੇ ਬਾਰੇ ਬੜੇ ਲੋਕਾਂ ਦੇ ਵੱਖ-ਵੱਖ ਵਿਚਾਰ ਵੀ ਹੈਗੇ, ਕੁਝ ਲੋਕ ਕਹਿੰਦੇ ਵੀ ਪਲਾਂਟ ਕੀਤਾ ਸੀ, ਕੁਝ ਕਹਿੰਦੇ ਕੁਝ ਕਰਨ, ਪਰ ਗੱਲ ਤੇ ਕਮਾਂਡਰ ਦੀ ਜਿਹਦੇ ਦੁਨੀਆ ਮਗਰ ਲੱਗਦੀ ਸੀ, ਕਿਵੇਂ ਲੱਗਦੀ ਸੀ ਕੁਝ ਵੀ ਹੈ ਕਮਾਂਡਰ। ਔਰ ਕਮਾਂਡਰ ਤਾਂ ਕੱਲੇ ਜਿਹੜੇ ਸੀਗੇ ਜਿਹੜੇ ਹੁੰਦੇ ਸੀ ਖਾੜਕੂਬਾਦ ਦੇ ਯੁੱਗ ਦੇ ਵਿੱਚ ਵੀ ਆ ਜਿਹੜਾ ਹੈਗਾ ਜੀ ਏਰੀਆ ਕਮਾਂਡਰ ਉਹਨਾਂ ਦੇ ਨਾਂ ਦੇ ਉੱਤੇ ਹੁੰਦੀ ਸੀ। ਉਹਨੇ ਇੱਥੇ ਜਿਹੜੀ ਕਮਾਂਡ ਕਿਸੇ ਇੱਕ ਦੇ ਹੱਥ 'ਚ ਨਹੀਂ ਜੀ, ਕਮਾਂਡ ਇੱਥੇ 5-7 ਥਾਵਾਂ ਤੇ 5-7 ਥਾਵਾਂ ਦੇ ਉੱਤੇ ਜੇ ਘਰਾਂ 'ਚੋਂ ਬਗਾਵਤਾਂ ਹੋਣ ਲੱਗ ਗਈਆਂ ਤੇ ਫਿਰ ਉਹ ਕਹਿੰਦੇ ਹੁੰਦੇ ਰੋਦਾ ਘੋੜ ਚੜਾਈਏ ਹੱਗ ਪਲਾਨ ਭਰੇ। ਤੇ ਉਹ ਹੁਣ ਜਦੋਂ ਇਹੋ ਜਿਹੇ ਜਦੋਂ ਮਹੂਰਤੀ ਇਹੋ ਜਿਹਾ ਹੋ ਜੇ ਤੇ ਹੁਣ ਚਲੋ ਆਪਾਂ ਤਾਂ ਕਿਸੇ ਮੇਰੇ ਤਾਂ ਲੋਕਾਂ ਨੇ ਵੋਟਾਂ ਪਾਉਣੀਆਂ, ਲੋਕਾਂ ਨੇ ਫੈਸਲਾ ਕਰਨਾ ਕਿਹਨੂੰ ਜਿਤਾਉਣਾ, ਕਿਹਨੂੰ ਰਾਜ ਭਾਗ ਬਖਸ਼ਣਾ, ਉਹ ਤਾਂ ਉਹਨਾਂ ਦੀ ਕੋਈ ਵੱਖਰੀ ਗੱਲ ਹੈ। ਪਰ ਸਥਿਤੀ ਆਪਾਂ ਦੇਖਦੀ ਕੋਈ ਬਹੁਤੀ ਚੰਗੀ ਨਹੀਂ, ਕਿਉਂਕਿ ਜੇ ਤੁਹਾਡਾ ਘਰ ਇੱਕ ਮੁੱਠ ਨਾ ਹੋਵੇ ਤੇ ਫਿਰ ਤੁਸੀਂ ਬਾਹਰ ਜਾ ਕੇ ਮੱਲਾ ਨਹੀਂ ਮਾਰ ਸਕਦੇ। ਜੇ ਘਰ ਫਟਿਆ ਹੋਵੇ ਨਾ, ਘਰ ਨੂੰ ਜਿਹੜਾ ਹੈਗਾ ਬਰਕਰਾਰ ਰੱਖਣ ਵਾਸਤੇ ਏਕਾ ਬਹੁਤ ਜ਼ਰੂਰੀ ਹੁੰਦਾ। ਪਰ ਢਿੱਲੋਂ ਸਾਹਿਬ ਤੁਸੀਂ ਏਕੇ ਦੀ ਗੱਲ ਕਰਦੇ ਹੋ, ਉੱਧਰ ਤਾਂ ਗਾਂ ਮਹਿੰਦਰ ਸਿੰਘ KP ਵੀ ਕੈਂਚੀ ਚੱਕੀ ਫਿਰਦਾ ਤੇ ਇੱਧਰ ਸੂਈ ਧਾਗਾ ਵੀ ਚੱਕੀ ਫਿਰਦੇ ਆ ਵੀ। ਮਹਿੰਦਰ ਸਿੰਘ KP ਦੀ ਵੀ ਹੁਣ ਜੇ ਆਪਾਂ ਗੱਲ ਦੇਖੀਏ ਤਾਂ ਮਹਿੰਦਰ ਸਿੰਘ KP ਵੀ ਕੋਈ ਛੋਟੀ ਚੀਜ਼ ਨਹੀਂ ਹੈ। ਮਹਿੰਦਰ ਸਿੰਘ KP ਤੁਸੀਂ ਦੇਖੋ ਵੀ ਬਹੁਤ ਪੁਰਾਣਾ MLA ਹੈ। ਇਹਨਾਂ ਦੇ ਪਿਤਾ ਜੀ ਹੁੰਦੇ ਸੀ ਸਰਦਾਰ ਦਰਸ਼ਨ ਸਿੰਘ KP ਜੀ। ਦਰਸ਼ਨ ਸਿੰਘ KP ਚੌਧਰੀ ਦਰਸ਼ਨ ਸਿੰਘ, ਇਹ ਉਹ ਲੋਕ ਹੁੰਦੇ ਸੀ ਜਿਨ੍ਹਾਂ ਦੇ ਬੜੇ ਵੱਡੇ ਨਾਂ ਸੀ। ਔਰ ਦੁਆਬੇ ਦੇ ਵਿੱਚ ਆਪਾਂ ਕਹਿ ਸਕਦੇ ਦੁਆਬੇ ਦੇ ਦਲਿਤ ਭਾਈਚਾਰੇ ਦੇ ਬਹੁਤ ਵੱਡੇ ਆਗੂ ਹੁੰਦੇ ਸੀ ਤੇ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਦੇ ਉੱਚੇ ਨਾਂ ਹੁੰਦੇ ਸੀ, ਵੱਡੇ ਨਾਂ ਹੁੰਦੇ ਸੀ, ਦੁਮਾਲੜੇ ਵਾਲੇ ਬੰਦੇ ਸੀ। ਲੇਕਿਨ ਇੱਕ ਯੁੱਗ ਉਹ ਆਇਆ ਜਦੋਂ ਉਹਨਾਂ ਨੂੰ ਖਾੜਕੂਬਾਦ ਦੇ ਦੌਰ ਦੇ ਵਿੱਚ ਉਹਨਾਂ ਦਾ ਕਤਲ ਹੋ ਗਿਆ ਸੀ ਜੀ। ਫਿਰ ਮਹਿੰਦਰ ਸਿੰਘ KP MLA ਬਣਦੇ ਰਹੇ ਆਪਣੇ ਬਾਪ ਦੀ ਥਾਂ ਦੇ ਉੱਤੇ, ਕਿ ਇਹ ਵਜ਼ੀਰ ਵੀ ਰਹੇ, ਟਰਾਂਸਪੋਰਟ ਮੰਤਰੀ ਰਹੇ ਆ ਪੰਜਾਬ ਦੇ, ਯਾਦ ਆ ਮੇਰੀ ਬਿਲਕੁਲ। ਔਰ ਉਹ ਤੋਂ ਬਾਅਦ ਫਿਰ ਇਹਨਾਂ ਨੂੰ ਇੱਕ ਵਾਰੀ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਬਣਾਤਾ ਸੀ ਜੀ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹੇ ਆ, ਪਾਰਲੀਮੈਂਟ ਦੇ ਮੈਂਬਰ ਵੀ ਰਹੇ ਆ। ਲੇਕਿਨ ਪਿੱਛੇ ਇਹਨਾਂ ਨੂੰ ਜਦੋਂ ਟਿਕਟੇ ਮੰਗਦੇ ਸੀ ਜਲੰਧਰ ਤੋਂ ਟਿਕਟ ਨਹੀਂ ਮਿਲੀ ਤੇ ਇਹਨਾਂ ਨੂੰ ਆਦਮਪੁਰ ਤੋਂ ਟਿਕਟ ਦੇਤੀ ਸੀ ਜੀ। ਆਦਮਪੁਰ ਤੋਂ ਇਹ ਚੋਣ ਹਾਰ ਗਏ ਸੀ। ਹਲਕਾ ਇੰਚਾਰਜ ਸੀ, ਆਪਦਾ ਕੰਮ ਕਰੀ ਜਾਂਦੇ ਸੀ, ਕਿਉਂਕਿ ਆਦਮਪੁਰ ਤੋਂ ਜਿਹੜਾ ਬੰਦਾ ਜਿੱਤਿਆ ਜੀ ਉਹ BSP ਦੇ ਵਿੱਚੋਂ ਆਇਆ ਸੀ। ਮੇਰਾ ਖਿਆਲ ਨੰਨੂ ਹੈ, ਕੀ ਨਾਂ ਹੈਗਾ ਉਹਦਾ? ਟੀਨੂ ਪਵਨ ਕੁਮਾਰ ਟੀਨੂ ਬਹੁਜਨ ਸਮਾਜ ਪਾਰਟੀ 'ਚ ਆਇਆ ਸੀ। ਹੁਣ ਬਹੁਜਨ ਸਮਾਜ ਪਾਰਟੀ 'ਚ ਲੈਫਟ ਆਰਗੇਨਾਈਜੇਸ਼ਨਸ 'ਚ RSS 'ਚ ਜਿਹਨਾਂ ਬੰਦਿਆਂ ਨੇ ਕੰਮ ਕੀਤਾ ਹੁੰਦਾ ਉਹਨਾਂ ਨੇ ਥੱਲੇ ਤੱਕ ਉਹਨਾਂ ਦੀਆਂ ਜੜ੍ਹਾਂ ਹੁੰਦੀਆਂ, ਥੱਲੇ ਤੱਕ ਉਹ ਲੋਕਾਂ ਦੇ ਨਾਲ ਜੁੜੇ ਹੁੰਦੇ ਆ। ਹੁਣ ਇਹ ਬਹੁਜਨ ਸਮਾਜ ਪਾਰਟੀ ਤਾਂ ਇਹੋ ਜਿਹੀ ਸੀ ਜਿਹੜੀ ਦਲਿਤ ਭਾਈਚਾਰੇ ਨੂੰ ਆਰਗੇਨਾਈਜ਼ ਕਰਦੀ ਸੀ ਜੀ। ਉਹਨਾਂ ਦਾ ਉੱਥੇ ਅਸਰ ਰਸੂਖ ਜ਼ਿਆਦਾ ਸੀ ਬੰਦੇ ਦਾ, ਉਹ ਲੋਕਾਂ ਦੇ ਵਿੱਚ ਉਵੇਂ ਜਿਵੇਂ ਕੰਮ ਕਰਦਾ ਸੀ। ਇਧਰਲੇ ਪਾਸੇ ਜਦੋਂ ਬੰਦਾ ਵਜ਼ੀਰ ਰਹਿ ਗਿਆ, MP ਰਹਿ ਗਿਆ, ਫਿਰ ਤੁਹਾਨੂੰ ਪਤਾ ਵੀ ਆਪਣਿਆਂ 'ਚੋਂ ਵੀ ਮੁਸ਼ਕ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਲੀੜੇ ਕੱਪੜੇ ਵੀ ਫਿਰ ਵਧੀਆ ਬਣਨੇ ਸ਼ੁਰੂ ਹੋ ਜਾਂਦੇ। ਕਈ ਦਿਨ ਵਿੱਚ ਦੀ 3-3 4-4 ਵਾਰ ਉਹ ਕੱਪੜੇ ਬਦਲੇ ਜਾਂਦੇ ਆ ਜੀ ਤੇ ਲਿਸ਼ਕਾਂ ਪੁਸ਼ਕਾਂ ਵੀ ਵੱਧ ਜਾਂਦੀਆਂ ਤੇ ਲੋਕ ਜਿਹੜੇ ਹੈਗੇ ਫਿਰ ਉਹ ਵੋਟਾਂ ਉਹਨਾਂ ਨੇ ਪਾ ਕੇ ਉਹਨੂੰ ਜਿਤਾ ਦਿੱਤੇ, ਰਹਿ ਗਿਆ ਸੀ। ਹੁਣ ਉਹੀ ਜਿਹੜੀ ਹੈਗੀ ਆਦਮਪੁਰ ਕੰਸਟੀਚੂਐਂਸੀ ਦੇ ਉੱਤੇ ਪਹਿਲੇ ਤੇ ਇਉਂ ਲੱਗਦਾ ਸੀ ਵੀ ਸ਼ਾਇਦ ਚੰਨੀ ਸਾਹਿਬ ਆਪ ਲੜਨ। ਦੂਜੀ ਗੱਲ ਹੈ ਕਿ ਚੰਨੀ ਸਾਹਿਬ KP ਸਾਹਿਬ ਨੂੰ ਵੀ ਲੜਾ ਸਕਦੇ। ਅਗਲੀ ਗੱਲ ਜਿਹੜੀ KP ਦੀ ਹੈ, KP ਦੀ ਰਿਸ਼ਤੇਦਾਰੀ ਪੈਂਦੀ ਹੈ ਚੰਨੀ ਸਾਹਿਬ ਨਾਲ। ਪੈਂਦੀ ਹੈ ਹਾਂਜੀ। ਚੰਨੀ ਸਾਹਿਬ ਦਾ ਭਰਾ ਹੈ ਇੱਕ ਮਨਮੋਹਨ ਸਿੰਘ
ਹਾਂਜੀ ਜਿਹੜਾ ਮਨਮੋਹਨ ਸਿੰਘ ਸਿਟੀ ਸਕੈਮ ਦੇ ਵਿੱਚ ਆ ਗਿਆ ਸੀ, ਹਾਂਜੀ ਜਿਹਦੇ ਬਾਰੇ ਇਹ ਆਪਣਾ ਤੁਹਾਡੇ ਬਿਕਰਮ ਸਿੰਘ ਮਜੀਠੀਆ ਨੇ ਇੱਕ ਬਿਆਨ ਦਿੱਤਾ ਸੀ ਹਾਂਜੀ ਕਿ ਮੇਰੇ ਕੋਲੇ ਆਏ ਸੀਗੇ ਚੰਨੀ ਸਾਹਿਬ ਕਿ ਮੇਰੇ ਭਰਾ ਨੂੰ ਬਚਾਓ। ਹਾਂਜੀ ਤੇ ਮੈਂ ਸੁਖਵੀਰ ਦੇ ਕੋਲੇ ਲੈ ਕੇ ਗਿਆ ਸੀ ਜੀ, ਚਲੋ ਇਹਨੂੰ ਬਚਾਓ ਕਿਵੇਂ ਨਾ ਕਿਵੇਂ, ਕਿ ਅਸੀਂ ਉਹਦੀ ਮਦਦ ਕੀਤੀ ਸੀ। ਤਾਂ ਉਹ ਜਿਹੜੇ ਹੈਗੇ ਆ ਮਨਮੋਹਨ ਸਿੰਘ ਨੂੰ ਉਸ ਵੇਲੇ ਅਕਾਲੀ ਸਰਕਾਰ ਨੇ ਕਹਿੰਦੇ ਵੀ ਥੋੜਾ ਜਿਹਾ ਤੰਗ ਵੀ ਕੀਤਾ ਸੀ ਜੀ, ਇਹ ਵਾਦਾ ਮਾਫਕੂਬਾ ਬਣਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ। ਲੇਕਿਨ ਉਹਨੇ ਵਾਦਾ ਮਾਫਕੂਬਾ ਬਣਨ ਤੋਂ ਇਨਕਾਰ ਕਰਤਾ ਸੀ ਜੀ। ਤੇ ਜਦੋਂ ਉਹਦੇ ਬੇਟੇ ਦੀ ਸ਼ਾਦੀ ਹੋਈ ਹੈ KP ਦੀ ਬੇਟੀ ਨਾਲ, ਉਸ ਵੇਲੇ ਆਮ ਤੌਰ ਦੇ ਉੱਤੇ ਆਪਾਂ ਦੇਖਿਆ ਕੈਪਟਨ ਅਮਰਿੰਦਰ ਸਿੰਘ ਬਹੁਤ ਘੱਟ ਵਿਆਹਾਂ ਜਾਂਦੇ ਹੁੰਦੇ ਆ, ਉਸ ਵਿਆਹ ਦੇ ਵਿੱਚ ਉਹ ਗਏ ਸੀ। ਉਹਦੇ ਚ ਗਏ ਸੀ। ਇੱਕ ਫਿਰ ਹੋਰ ਮਾਮਲਾ ਹੋਇਆ ਸੀ KP ਸਾਹਿਬ ਦੇ ਖਿਲਾਫ, ਇੱਕ ਮੀਟੂ ਵਾਲਾ ਇਲਜ਼ਾਮ ਵੀ ਲੱਗਿਆ ਸੀ। KP ਦੇ ਕਿ ਚੰਨੀ ਸੌਰੀ ਚੰਨੀ ਸਾਹਿਬ ਦੇ ਖਿਲਾਫ ਮੀਟੂ ਦਾ ਇਲਜ਼ਾਮ ਵੀ ਲੱਗਿਆ ਸੀ। ਤੇ ਉਹ ਮੀਟੂ ਦੇ ਇਲਜ਼ਾਮ ਨੂੰ ਜਿਹੜਾ ਦਬਾਉਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਿਲਚਸਪੀ ਕਿਉਂ ਦਿਖਾਈ ਸੀ, ਉਹ ਵੀ ਕਹਿੰਦੇ ਮਨਮੋਹਨ ਸਿੰਘ ਦੇ ਕਹਿੰਦੀ ਦਿਖਾਈ ਸੀ। ਮਨਮੋਹਨ ਸਿੰਘ ਦਾ ਉਹ ਇੰਨਾ ਕੁ ਆਸਾਨ ਹੁਣ ਮਨਮੋਹਨ ਸਿੰਘ ਦਾ ਕੁੜਮ ਹੈ, ਭਰਾ ਦਾ ਕੁੜਮ ਤੇ ਆਪਦੇ ਕੁੜਮ ਦੇ ਵਿੱਚ ਬਹੁਤਾ ਫਰਕ ਨਹੀਂ, ਬਹੁਤਾ ਲੰਗਰ। ਉਹ ਚੰਨੀ ਸਾਹਿਬ ਚਾਹੁੰਦੇ ਸੀ ਵੀ ਟਿਕਟ ਉਹਨੂੰ ਮਿਲੇ, ਟਿਕਟ ਉਹਨੂੰ ਨਹੀਂ ਮਿਲੀ। ਟਿਕਟ ਕਿਉਂ ਨਹੀਂ ਮਿਲੀ? ਕਿਉਂਕਿ ਟਿਕਟ ਕਹਿੰਦੇ ਵੀ ਫਿਰ ਵਿਰੋਧ ਵਾਲੇ ਬੰਦੇ ਡਾਢੇ ਸੀ। ਜੇ ਟਿਕਟ ਨਾ ਮਿਲੀ ਤੇ ਉਹਨਾਂ ਨੇ ਐਲਾਨ ਕਰਤਾ, ਉਹ ਕਹਿੰਦੇ ਜੀ 17 ਤਾਰੀਖ ਨੂੰ, ਭਾਵ ਅੱਜ ਮੈਂ ਕੋਈ ਵੱਡਾ ਫੈਸਲਾ ਲਊਂਗਾ। ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਰਹਿ ਕਰ ਰਿਹਾ। ਮੇਰੀ ਜਿਹੜੀ ਇੰਫਰਮੇਸ਼ਨ ਹੈ ਇਹ ਹੈ ਕਿ ਉਹ ਜਿਹੜਾ ਵੱਡਾ ਫੈਸਲਾ ਲੈ ਰਿਹਾ ਕਿਸੇ ਹੋਰ ਰਾਜਨੀਤਿਕ ਪਾਰਟੀ ਜਾਣ ਦਾ, ਉਹ ਲੈ ਰਿਹਾ ਜਲੰਧਰ ਦੀ ਇੱਕ ਸੀਟ, ਜਿਹੜੀ ਰਿੰਕੂ ਜਿਹੜੀ ਸੀਟ ਦੇ ਉੱਤੇ ਉਮੀਦਵਾਰ ਹੈ, ਉਹ ਸੀਟ ਉਹ ਲੈਣਾ ਚਾਹੁੰਦੇ ਹੈ। ਤੇ ਦੂਜੀ ਪਾਰਟੀ ਦੇ ਲਈ ਉਹਨਾਂ ਨੂੰ ਤਿਆਰੀ ਹੈ, ਲੈਣ ਦੇ ਵਿੱਚ ਕੋਈ ਅੜਚਣ ਨਹੀਂ। ਇਸ ਗੱਲ ਦਾ ਪਤਾ ਹਾਈ ਕਮਾਂਡ ਨੂੰ ਵੀ ਲੱਗ ਗਿਆ ਵੀ ਹੁਣ ਕੀ ਕਰੀਏ। ਕਹਿੰਦੇ ਜੀ ਫੋਨ ਤਾਂ ਚੰਨੀ ਸਾਹਿਬ ਨੇ ਵੀ ਕੀਤੇ, ਪਰ ਉਹਦੇ ਨਾਲ ਹੀ ਫਿਰ ਸੂਈ ਧਾਗਾ ਦੇ ਕੇ ਭੇਜਿਆ ਜਿਸ ਬੰਦੇ ਨੂੰ, ਉਹ ਹੈ ਡਾਕਟਰ ਰਾਜਕੁਮਾਰ ਬੇਰਕਾ। ਅੱਜ ਕਾਫੀ ਬੇਰਕਾ ਸਾਹਿਬ ਹੱਕ 'ਚ ਬੋਲੇ ਉਹਨਾਂ ਦੇ, KP ਸਾਹਿਬ ਦੇ। ਅੱਛਾ, ਹੱਕ 'ਚ ਬੋਲ ਗਏ। ਹਾਂ, ਉਹ ਫਿਰ ਬੇਰਕਾ ਸਾਹਿਬ ਮਤਲਬ ਕਿ ਅਜਿਹੇ ਸੱਜਣ ਹੈ ਨਾ ਜਿਹੜੇ ਮਤਲਬ ਵੀ ਠੰਡਾ ਛਿੜਕਣ ਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੈਗੀ। ਜਦੋਂ ਅਮਰਿੰਦਰ ਸਿੰਘ ਦਾ ਤੇ ਬਾਕੀਆਂ ਦਾ ਰੌਲਾ ਪੈਂਦਾ ਸੀ, ਉਦੋਂ ਵੀ ਕਹਿੰਦੇ ਕਿਉਂ ਯਾਰ ਤੁਸੀਂ ਐਵੇਂ ਅਖਬਾਰਾਂ ਵਾਲੇ ਰੌਲਾ ਪਾਈ ਜਾਂਦੇ ਹੋ, TV ਚੈਨਲ ਵਾਲੇ ਕਿਉਂ ਕਰੀਏ ਨਾ, ਮੁੱਕ ਜਾਣਾ ਸਾਰਾ ਕੁਝ, ਬਸ ਜੀ ਸਭ ਕੁਝ ਹੋ ਜਾਣੀ, ਸਰਬਸੰਮਤੀ ਹੋ ਜਾਣੀ। ਉਹ ਐਂ ਕਰਦੇ ਰਹੇ, ਮਤਲਬ ਵੀ ਉਸ ਕਿਸਮ ਦੇ ਹੈ। ਉਹਨਾਂ ਨੇ ਜਾ ਕੇ ਫਿਰ ਉੱਥੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਾਫੀ ਵੀ ਚਲੋ ਭਾਈ ਚੰਨੀ ਸਾਹਿਬ ਨੂੰ ਆਪਣੇ KP ਸਾਹਿਬ ਨੂੰ ਸੰਭਾਲੀਏ। ਹੁਣ ਇਹ KP ਸਾਹਿਬ ਨੇ ਆਪਦਾ ਦਰਦ ਜ਼ਾਹਰ ਵੀ ਕਰਤਾ। ਕਹਿੰਦਾ ਯਾਰ ਮੈਂ ਉਹ ਬੰਦਾ, ਮੈਂ ਉਸ ਪਰਿਵਾਰ ਦੇ ਵਿੱਚ ਆਉਣਾ ਜਿਸ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਖਾਤਰ ਆਪਣਾ ਖੂਨ ਦਿੱਤਾ ਹੈ ਜੀ। ਮੈਂ ਕਾਂਗਰਸ ਪਾਰਟੀ ਦੇ ਕਿਹੜੇ ਕੰਮ ਨਹੀਂ ਆਇਆ, ਤੇ ਕਾਂਗਰਸ ਪਾਰਟੀ ਨੇ ਇਸ ਮੁਕਾਮ ਦੇ ਉੱਤੇ ਆ ਕੇ ਜਿਹੜੀ ਮੇਰੇ ਨਾਲ ਕੀਤੀ ਹੈ, ਇਹ ਤਾਂ ਯਾਰ ਬਹੁਤ ਮਾੜੀ ਕੀਤੀ ਹੈ। ਮੇਰੇ ਬਾਪ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ। ਸਾਡੇ ਆਪਣੇ ਪਰਿਵਾਰ ਦੇ ਵਿੱਚੋਂ ਕਹਿੰਦੇ ਵੀ ਅਸੀਂ ਬਹੁਤ ਮੁਸੀਬਤਾਂ ਝੱਲੀਆਂ। ਚਲੋ ਮੁਸੀਬਤਾਂ ਵੀ ਚੱਲੀਆਂ, ਤੁਸੀਂ ਸਰਕਾਰਾਂ ਵੀ ਹਟਾਈਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਬਿਲਕੁਲ, ਐਡੀ ਕੋਈ ਗੱਲ ਨਹੀਂ, ਗਾਰੰਟੀ ਤਾਂ ਨਹੀਂ। ਜੇ ਤੁਸੀਂ ਇੰਨਾ ਝੱਲ ਲਿਆ ਤਾਂ ਫਿਰ ਪਾਰਟੀ ਨੇ ਇੱਕ ਵਾਰੀ ਨਹੀਂ ਵੀ ਦਿੱਤੀ ਤੇ ਕੋਈ ਗੱਲ ਨਹੀਂ। ਹਾਂ, ਕੋਈ ਗੱਲ ਨਹੀਂ, ਤੁਸੀਂ ਪਰ ਉਹ ਹੁਣ ਦੇਖੋ, ਮੇਰਾ ਖਿਆਲ ਸ਼ਾਇਦ ਬੇਰਕਾ ਸਾਹਿਬ ਕਾਮਯਾਬ ਹੋ ਜਾਣ, ਜਾਂ ਇਹ ਵੀ ਹੋ ਸਕਦਾ ਹੈ ਕਿ ਸੀਟ ਚੇਂਜ ਵੀ ਹੋ ਸਕਦੀ ਹੈ। ਹੁਣ ਗੱਲਾਂ ਇਹ ਵੀ ਚੱਲ ਪਈਆਂ ਨੇ ਕਿਉਂਕਿ ਬਗਾਵਤ ਬਹੁਤ ਵੱਡੇ ਪੱਧਰ ਤੇ ਉੱਠ ਪਈ ਹੈ। ਕਈ ਸਾਰੇ ਲੋਕ ਉੱਠ ਪਏ, ਪਤਾ ਹੀ ਨਹੀਂ ਲੱਗਦਾ ਸੀਗਾ ਕਿ ਇਹ ਤਾਂ ਵੈਸੇ ਗੱਲ ਪੰਜਾਬ ਦੀ ਤਾਂ ਸਥਿਤੀ ਬੜੀ ਟੇਢੀ ਹੋਈ ਪਈ, ਪਤਾ ਨਹੀਂ ਕਿਹੜੀ ਖੁੱਦੋਂ ਕਿੱਥੋਂ ਮੁੜਕ ਪਏ। ਹਾਂਜੀ ਹੈ ਉਹ ਪਟਾਕਿਆਂ ਵਾਲੀ ਲੜੀ ਜੀ ਚੱਲ ਪੈਂਦੀ ਹੈ ਨਾ, ਉਹ ਸਾਰੀ ਲੜੀ ਵੀ ਫੁੱਕ ਜਾਂਦੀ, ਫਿਰ ਪਿੱਛੋਂ ਹੌਲੀ ਇੱਕ ਪਟਾਕਾ ਕਰਦਾ ਉਹ ਚੀਜ਼ ਹੈ। ਤੇ ਢਿੱਲੋਂ ਸਾਹਿਬ, ਸਿਆਸਤਦਾਨਾਂ ਦੇ ਘਰੋਂ ਤਾਂ ਅਲਮਾਰੀਆਂ ਦੇ ਵਿੱਚੋਂ ਨੋਟ ਡਿੱਗਦੇ ਦੇਖੇ ਆ, ਚੇਅਰਮੈਨਾਂ ਦੇ ਵੀ ਆਪਾਂ ਦੇਖ ਲਏ ਸੀ। ਆ ਕਹਿੰਦੇ BSF ਦਾ ਡਿਪਟੀ ਕਮਾਂਡੈਂਟ ਇੱਕ BSF DSP ਰੈਂਕ ਦਾ ਅਧਿਕਾਰੀ ਹੁੰਦਾ, ਤੇ ਕਹਿੰਦੇ ਵੀ ਨੋਟ ਐਂ ਡਿੱਗੇ ਆ ਜਿਵੇਂ ਕਹਿੰਦੇ ਮਦਾਰੀ ਉਹ ਡੁਗਡੁਗੀ ਵਜਾ ਕੇ ਪੈਸੇ ਨਹੀਂ ਡੱਬੇ 'ਚ ਖੜਕਾਉਂਦਾ ਹੁੰਦਾ। ਤੇ ਕਹਿੰਦੇ ਜਦੋਂ ਗੈਰੇਜ ਦੀ ਬਾਰੀ ਖੂਰੀ ਕਿਤੇ ਖੋਲ੍ਹੀ ਤੇ ਕਹਿੰਦੇ ਕਾਰਾਂ ਹੀ ਬੜੀਆਂ ਨਿਕਲੀਆਂ ਵਿੱਚੋਂ। ਦੇਖੋ ਗੱਲ ਇਹ ਹੈ ਕਿ ਜੇ ਤਾਂ ਇਕੱਲਾ ਇਹ ਡਿਪਟੀ ਕਮਾਂਡੈਂਟ ਹੁੰਦਾ BSF ਦਾ, ਗੱਲ ਫੇਰ ਵੀ ਆਪਣੇ ਮਤਲਬ ਜਿਵੇਂ ਹੁਣ ਤੁਸੀਂ ਕਿਹਾ ਵੀ ਇਹ ਕਿਵੇਂ ਇੰਨੇ ਪੈਸੇ ਕਿੱਥੋਂ ਆਏ, ਇਹ ਉਦੋਂ ਬਾਅਦ ਸੀ। ਅੱਛਾ, BSF ਵੱਲੋਂ ਇਹ ਡੈਪੂਟੇਸ਼ਨ ਤੇ ਆਇਆ ਹੋਇਆ ਸੀ NSC 'ਚ, ਨੈਸ਼ਨਲ ਸਿਕਿਉਰਿਟੀ ਗਾਰਡ ਦੇ ਵਿੱਚ। ਉਹ ਤਾਂ ਫਿਰ ਉਦੋਂ ਜ਼ਿੰਮੇਵਾਰੀ ਹੈ, ਬਹੁਤ ਵੱਡੀ ਜ਼ਿੰਮੇਵਾਰੀ ਵਾਲੀ। ਤੇ NSC ਦੇ ਉੱਤੇ ਸੈਂਕੜੇ ਕਰੋੜ ਨਹੀਂ, ਹਜ਼ਾਰਾਂ ਕਰੋੜ ਰੁਪਈਆ ਉਹਦਾ ਸਾਲਾਨਾ ਬਜਟ ਹੈ ਜੀ, ਜਿਹੜਾ ਸਿਰਫ ਉਹਦੀ ਕੋਈ ਜ਼ਿੰਮੇਵਾਰੀ ਹੈ, ਹੋਰ ਕੋਈ ਜ਼ਿੰਮੇਵਾਰੀ ਨਹੀਂ। ਸੁਰੱਖਿਆ ਕਰਨੀ ਹੈ। ਸੁਰੱਖਿਆ ਕਰਨੀ ਕਿਹਦੀ ਹੈ? ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਾਸਤੇ। ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਆਏ, ਫਿਰੋਜ਼ਪੁਰ ਦੀ ਰੈਲੀ ਦੇ ਵਿੱਚੋਂ ਪਹੁੰਚ ਨਹੀਂ ਸਕੇ, ਥੋੜਾ ਜਿਹਾ ਸਮਾਂ ਜਾਮ 'ਚ ਉਹਨਾਂ ਨੂੰ ਖੜਨਾ ਪੈ ਗਿਆ ਸੀ, ਵਾਪਸ ਆਏ। ਇਹ ਵੀ ਕਹਿ ਕੇ ਜਾਂਦੇ ਹੋਏ ਕਿ ਆਪਦੇ ਮੁੱਖ ਮੰਤਰੀ ਨੂੰ ਕਹਿ ਦਿਓ ਮੈਂ ਸੁਰੱਖਿਅਤ ਮੁੜ ਗਿਆ, ਕਿ ਮੈਂ ਸੁਰੱਖਿਅਤ ਮੁੜ ਗਿਆ। ਉਸ ਵੇਲੇ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੇ ਕਿੰਤੂ ਪਰੰਤੂ ਕੀਤਾ ਸੀ ਕਿ ਜਿਹੜੀ ਤੁਹਾਡੀ NSC ਹੈ, ਨੈਸ਼ਨਲ ਸਿਕਿਉਰਿਟੀ ਗਾਰਡ ਹੈ, ਇਹਦੇ ਉੱਤੇ ਇੰਨਾ ਪੈਸਾ ਖਰਚ ਕਰ ਦਿਓ ਤੇ ਕੋਈ ਇਹਨਾਂ ਦੀ ਜ਼ਿੰਮੇਵਾਰੀ ਵੀ ਤਾਂ ਬਣਦੀ ਹੈ। ਬਿਲਕੁਲ, ਉਹ ਕੀ ਕਰਦੇ ਸੀ? ਇਹ ਕੀ ਗੱਲ ਕਰਦੀ? ਹੁਣ ਤੁਸੀਂ ਦੇਖੋ NSC ਵਾਲੇ ਵੀ ਕੀ ਕਰ ਰਹੇ ਹੈ। ਬੰਦਾ NSC 'ਚ ਤਾਇਨਾਤ ਹੈ,
ਤੇ ਕਹਿੰਦੇ ਜੀ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਲਾਉਂਦਾ ਹੁੰਦਾ ਸੀ। ਅੱਛਾ। ਸ਼ੇਅਰ ਮਾਰਕੀਟ ਤੁਹਾਨੂੰ ਪਤਾ ਇੱਕ ਜੂਆ ਹੈ। ਹਾਂ ਬਿਲਕੁਲ ਜੂਆ। ਉਹ ਜੂਏ ਦੇ ਵਿੱਚ ਪੈ ਗਿਆ ਘਾਟਾ। ਜਦੋਂ ਘਾਟਾ ਪੈ ਗਿਆ ਤੇ ਫਿਰ ਘਾਟੇ ਦੀ ਪੂਰਤੀ ਵਾਸਤੇ ਬੰਦੇ ਨੇ ਬਣਾਉਣਾ ਸ਼ੁਰੂ ਕਰਤੇ, ਜੁਗਾੜ ਬਣਾਉਣਾ ਸ਼ੁਰੂ ਕਰਤਾ। ਬੰਦਾ ਦਾ ਦਿਮਾਗ ਵਾਲਾ BSF ਦੇ ਵਿੱਚ ਉੱਥੋਂ ਗਿਆ, ਨਾਂ ਹੈਗਾ ਜੀ ਦਾ ਪ੍ਰਵੀਨ ਯਾਦਵ। ਅੱਛਾ ਜੀ। ਤੇ ਫਿਰ ਪ੍ਰਵੀਨ ਯਾਦਵ ਨੇ ਖੁਦ ਨੂੰ ਮਤਲਬ ਜਿਹੜਾ ਹੈਗਾ ਆਪਣੇ ਆਪ ਨੂੰ ਇਹ ਦੱਸਣਾ ਸ਼ੁਰੂ ਕਰਤਾ ਕਿ ਮੈਂ ਇੱਕ IPS ਅਫਸਰ ਹਾਂ। ਤੇ ਮਾਨੇਸਰ ਹੈਗਾ ਜੀ ਇਹਨਾਂ ਦਾ ਹੈੱਡਕੁਆਟਰ ਹੈਗਾ ਹੀ। ਹਾਂ। NSC ਦਾ, ਉੱਥੇ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ। ਅੱਛਾ ਜੀ। ਤੇ ਇਹਨਾਂ ਨੇ ਫਿਰ ਉਹ ਕੰਸਟਰਕਸ਼ਨ ਕੰਪਨੀਆਂ ਵਾਲੇ ਜਿਹੜੇ ਵੱਡੇ ਵੱਡੇ ਕਾਰੋਬਾਰੀ ਸੀ, ਉਹਨਾਂ ਨੂੰ ਕਹਿੰਦਾ ਗੱਲ ਹੀ ਕੁਛ ਨਹੀਂ, ਤੈਨੂੰ ਮੈਂ ਦੋਣਾ ਕਰ ਕੰਸਟਰਕਸ਼ਨ ਦਾ ਕੰਮ, ਮੇਰਾ ਤਾਂ ਕੰਮ ਹੈ ਸਾਰਾ ਇਹ। ਲਓ ਜੀ 125 ਕਰੋੜ ਰੁਪਈਆ 125 ਕਰੋੜ ਰੁਪਈਆ ਉਹਨਾਂ ਨੇ ਕੰਸਟਰਕਸ਼ਨ ਦੇ ਕਾਰੋਬਾਰੀਆਂ ਤੋਂ ਲੈ ਲਿਆ ਜੀ ਪਹਿਲਾਂ ਹੀ। ਹਾਂ ਕੰਮ ਦਵਾਉਣ ਦਾ ਵੀ ਤੁਹਾਨੂੰ ਮੈਂ ਕੰਮ ਦਵਾਉਣਾ। ਤੇ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਵਾਲੇ ਆ ਉਹ ਆਪਣੇ ਤਾਂ ਹੈ ਨਹੀਂ ਜੀ, ਆਪਣੇ ਵਰਗੇ ਪਹੁੰਚਣੀ। ਹਾਂ ਉਹ ਕੰਸਟਰਕਸ਼ਨ ਕੰਪਨੀਆਂ ਵੀ ਤਾਂ ਜਿਹੜੇ ਇਹੋ ਜਿਹਾ ਕਾਰੋਬਾਰ ਕਰਦੇ ਉਹਨਾਂ ਦਾ ਬਹੁਤ ਕੁਝ, ਉਹਨਾਂ ਦੇ ਪਹਿਲੇ ਗੀਜੇ ਸਿਉਂਤੇ ਹੁੰਦੇ। ਗੀਜੇ ਉਹਨਾਂ ਦੇ ਸਿਉਂਤੇ ਹੁੰਦੇ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਨਾਲ ਨਹੀਂ ਹੋਈ, ਉਹਨਾਂ ਨੇ ਕਰਤੀ ਕੰਪਲੇਂਟ। ਕੰਪਲੇਂਟ ਕਰਤੀ ਜੀ, ਉਹਦੀ ਇਨਕੁਆਇਰੀ ਸ਼ੁਰੂ ਹੋ ਗਈ ਜੀ। ਇਨਕੁਆਇਰੀ ਸ਼ੁਰੂ ਹੋ ਗਈ ਤੇ ਸ਼੍ਰੀਮਾਨ ਦੀ ਬਦਲੀ ਫਿਰ ਮਾਨੇਸਰ ਤੋਂ ਕਰਤੀ ਜੀ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ। ਅੱਛਾ ਜੀ। ਕਿ ਜਾਓ ਜੀ ਯਾਦਵ ਸਾਹਿਬ ਤੁਸੀਂ ਅਗਰਤਲਾ ਜਾਓ। ਯਾਦਵ ਸਾਹਿਬ ਨੇ ਅਗਰਤਲਾ ਜਾਣ ਦੀ ਬਜਾਏ ਜੀ ਛੁੱਟੀ ਲੈ ਲਈ, ਰਿਜ਼ਾਈਨ ਦਿੱਤਾ ਜੀ। ਸੱਚ। ਅੱਛਾ। ਰਿਜ਼ਾਈਨ ਦਿੱਤਾ, ਕਹਿੰਦੇ ਮੈਂ ਨਹੀਂ ਨੌਕਰੀ ਕਰਨੀ। ਜਦੋਂ ਨੌਕਰੀ ਨਹੀਂ ਕਰਨੀ ਤੇ ਫਿਰ ਮਾਮਲਾ ਪੁਲਿਸ ਕੋਲੇ ਪਹੁੰਚ ਗਿਆ ਜੀ। ਪੁਲਿਸ ਨੇ ਫਿਰ ਜਿਹੜੀ ਹਰਿਆਣੇ ਦੀ ਪੁਲਿਸ ਆ, ਹਰਿਆਣੇ ਦੀ ਪੁਲਿਸ ਨੇ ਇਹਦੀ ਪੜਤਾਲ ਸ਼ੁਰੂ ਕਰਤੀ ਜੀ। ਔਰ ਹਰਿਆਣੇ ਦੇ ਪੁਲਿਸ ਦੇ ਜਿਹੜੇ ਹੈਗੇ ਇੱਕ ਅਫਸਰ ਜੀ AGP ਕ੍ਰਾਈਮ ਜੀ, ਉਹਨਾਂ ਦਾ ਨਾਮ ਹੈਗਾ ਜੀ ਪ੍ਰੀਤਪਾਲ ਸਿੰਘ। ਅੱਛਾ ਜੀ। ਪ੍ਰੀਤਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਜਦੋਂ ਪੜਤਾਲ ਸ਼ੁਰੂ ਹੋਈ ਤੇ ਉਹਨਾਂ ਨੇ ਇਹਨਾਂ ਦੇ ਘਰ ਤੇ ਰੇਡ ਕੀਤੀ। ਪਹਿਲਾਂ ਤਾਂ ਜੀ ਉਹਨਾਂ ਨੇ ਇਹਨਾਂ ਦੀ ਪਤਨੀ ਨੂੰ ਪੁੱਛਗਿੱਛ ਕੀਤੀ ਤੇ ਫਿਰ ਭੈਣ ਨੂੰ ਕੀਤੀ, ਸ਼੍ਰੀਤੂ ਨੂੰ। ਪਤਨੀ ਦਾ ਨਾਮ ਮਮਤਾ ਯਾਦਵ ਹੈ। ਤੇ ਫਿਰ ਇਹਨਾਂ ਦੇ ਘਰ ਦੀ ਲਈ ਜੀ ਤਲਾਸ਼ੀ। ਅੱਛਾ ਜੀ। ਤਲਾਸ਼ੀ ਦੇ ਵਿੱਚ ਜੀ 14 ਕਰੋੜ ਰੁਪਈਆ ਤਾਂ ਨਕਦ। ਅੱਛਾ ਜੀ। 125 ਕਰੋੜ ਚ 14 ਹੀ ਰਹਿ ਗਿਆ, ਬਾਕੀ ਸਾਹਮਣੇ ਹੋਣੇ ਹੈ। 1 ਕਰੋੜ ਰੁਪਏ ਦੇ ਗਹਿਣੇ, 7 ਲਗਜ਼ਰੀ ਕਾਰਾਂ ਜੀ, ਜਿਨ੍ਹਾਂ ਦੇ ਵਿੱਚ ਕਿਹੜੀਆਂ ਹੁੰਦੀਆਂ ਜੀ BMW, ਬੱਲੇ, ਜੀਪ, ਮਰਸਡੀਜ਼। ਇਹ ਤਾਂ ਸਿਰੇ ਵਾਲੀਆਂ ਸੀ ਇੰਡੀਆ ਦੇ ਹਿਸਾਬ ਨਾਲ। ਇਹ ਸੀ ਜੀ। ਤੇ ਹੁਣ ਉਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰ ਲਿਆ। ਕੇਸ ਰਜਿਸਟਰ ਕਰਕੇ ਤੇ ਇਹ ਤੋਂ ਬਾਅਦ ਹੁਣ ਜਿਹੜਾ ਹੁੰਦਾ ਵੱਡੀ ਗੱਲ ਦਾਨੇ ਵਾਲੀ ਸਾਹਿਬ ਇਹ ਵੀ ਐਡੇ ਉੱਚੇ ਅਹੁਦਿਆਂ ਤੇ ਜਾ ਕੇ ਇਹੋ ਜਿਹੇ ਲੋਕ ਆਮ ਤੌਰ ਤੇ ਇਹ ਕਿਹਾ ਜਾਂਦਾ ਹੁੰਦਾ ਕਿ ਜਿਹੜੇ ਬੰਦੇ NSC ਚ ਹੁੰਦੇ ਹੈ ਉਹ ਬੜੇ ਇਮਾਨਦਾਰ ਹੁੰਦੇ ਆ, ਬੜੇ ਇਮਾਨਦਾਰ। ਉਹਨਾਂ ਦੀ ਸਕਰੀਨਿੰਗ ਬੜੀ ਹੁੰਦੀ ਹੈ। ਹੁਣ ਕੀ ਇਹਦਾ ਮਤਲਬ ਹੈ ਵੀ ਸਾਡੀਆਂ ਜਿਹੜੀਆਂ ਸਕਰੀਨਿੰਗ ਕਰਨ ਵਾਲੀਆਂ ਏਜੰਸੀਆਂ ਗੜਬੜ ਉੱਥੇ ਵੀ ਹੈ। ਐਸ ਮੁਕਾਮ ਤੱਕ ਆ ਗੱਲ ਹੋ ਜੇ, ਇਹ ਤਾਂ ਗੱਲ ਸਾਡੀ ਫਿਰ ਬੜੀ ਖਤਰਨਾਕ ਹੈ ਜੀ। ਦੇਸ਼ ਦਾ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪ੍ਰੋਟੈਕਟ ਹੈ, ਤੇ ਜੇ ਉੱਥੇ ਕੁਝ ਹੋ ਜੇ, ਆਮ ਤੌਰ ਤੇ ਆਪਾਂ ਖਬਰਾਂ ਪੜ੍ਹਦੇ ਰਹੇ, ਪਿਛਲੇ ਸਮੇਂ 'ਚ ਆਪਾਂ ਦੇਖਦੇ ਰਹੇ ਹਾਂ ਕਿ ਸਾਡੀ ਫੌਜ ਦੇ ਕੁਝ ਜਿਹੜੇ ਹੈਗੇ ਲੜਕੇ ਉਹ ਹਨੀ ਟ੍ਰੈਪ 'ਚ ਫਸ ਜਾਂਦੇ, ਬੜੇ ਫਸਦੇ, ਕਿ ਬਾਹਰਲੀਆਂ ਜਿਹੜੀਆਂ ਖੁਫੀਆ ਏਜੰਸੀਆਂ ਹੈਗੀਆਂ ਉਹਨਾਂ ਨੂੰ ਉਹ ਤਸਵੀਰਾਂ ਬਣਾ ਕੇ ਗੱਲਾਂ ਬਾਤਾਂ ਕਰਕੇ ਤੇ ਉਹਨਾਂ ਨੂੰ ਉਹ ਫਸਾ ਕੇ ਉਹ ਸਾਰੇ ਭੇਦ ਲੈ ਲੈਂਦੀ ਹੈ। ਪ੍ਰਾਈਮ ਮਿਨਿਸਟਰ ਦੇ ਉੱਤੇ ਆਪਾਂ ਇਹ ਤਾਂ ਗੱਲ ਕਹਿੰਦੇ ਜੀ, ਇੱਥੇ ਕਿਸਾਨਾਂ ਨੇ ਰੋਕ ਲਿਆ ਸੀ, ਪ੍ਰਾਈਮ ਮਿਨਿਸਟਰ ਦੀ ਜਾਨ ਨੂੰ ਖਤਰਾ ਹੋ ਗਿਆ ਸੀ, ਤੇ ਪ੍ਰਾਈਮ ਮਿਨਿਸਟਰ ਦੀ ਤਾਂ ਆਪਦੀ ਏਜੰਸੀ ਜਿਹੜੀ ਹੈਗੀ ਸੁਰੱਖਿਆ ਏਜੰਸੀ ਜੀ, ਉਹਦੇ ਵਿੱਚ ਐਡੇ ਭਲੇ ਮਾਨਸ ਬੰਦੇ ਬੈਠੇ ਤੇ ਫਿਰ ਕਿੰਨੇ ਕੁ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਕਿੰਨੇ ਕੁ ਸੁਰੱਖਿਅਤ ਹੈ? ਇਹ ਸਵਾਲ ਇਸ ਗੱਲ ਦਾ ਨਹੀਂ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਜੀ। ਸੋ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਖਤਰੇ 'ਚ ਪੈ ਜਾਣੀ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡੀ ਗੱਲ ਆ। ਉੱਥੇ ਬੰਦੇ ਘੱਟੋ ਘੱਟ ਇਮਾਨਦਾਰ ਚਾਹੀਦੇ। ਔਰ ਆਮ ਤੌਰ ਤੇ ਕਹਿੰਦੇ ਬੜੇ ਰਿਸ਼ਟ ਪੁਸ਼ਟ ਹੁੰਦੇ ਆ, ਬਾਅਦ ਲੰਬਾ ਸਮਾਂ ਰੱਖਦੇ ਵੀ ਨਹੀਂ ਉਹਨਾਂ ਨੂੰ। ਬਾਅਦ ਦੇ ਵਿੱਚ ਕਹਿੰਦੇ ਇੱਕ ਖਾਸ ਉਮਰ ਤੋਂ ਪੜਾਅ ਤੋਂ ਬਾਅਦ ਨਾਲੇ ਪੋਸਟਿੰਗ ਵੀ ਪੱਕੀ ਨਹੀਂ ਰੱਖਦੇ, ਪੱਕੀ ਨਹੀਂ ਰੱਖਦੇ, ਛੇਤੀ ਬਦਲੀ ਜਾਂਦੇ। ਇੰਦਰਾ ਗਾਂਧੀ ਦੇ ਮਸਲੇ ਤੋਂ ਬਾਅਦ ਬਹੁਤ ਛੇਤੀ ਬਦਲਦੇ ਨੇ। ਹਾਂ, ਪਰ ਉਹਦੀ ਗੱਲ ਜਿਹੜੀ ਨਾ ਸਕਰੀਨਿੰਗ ਬਹੁਤ ਜ਼ਰੂਰੀ ਸੀ। ਇਹਦਾ ਮਤਲਬ ਹੁੰਦੀ ਹੈ ਸਕਰੀਨਿੰਗ ਦੇ ਵਿੱਚ ਵੀ ਜਿਹੜੀ ਕਮੀ ਪੇਸ਼ੀ ਰਹੀ ਹੈ। ਕੱਲੀ ਸਕਰੀਨਿੰਗ ਉੱਥੇ ਨਹੀਂ ਹੋਣੀ ਚਾਹੀਦੀ, ਸਕਰੀਨਿੰਗ ਲਗਾਤਾਰ ਹੋਣੀ ਚਾਹੀਦੀ ਜੀ। ਇਹ ਵੈਸੇ ਢਿੱਲੋਂ ਸਾਹਿਬ ਬੜਾ ਮੈਂ ਦੇਖਿਆ ਪਹਿਲਾ ਕੇਸ ਨਹੀਂ ਹੈਗਾ, ਇੱਕ ਦੋ ਇਦੋਂ ਹੀ ਪਹਿਲਾਂ ਬੜੇ ਕੇਸ ਹੋ ਚੁੱਕੇ ਆ, ਬੜੇ ਅਹਿਮ ਵੱਡੇ, ਕਿਉਂਕਿ ਉਹਦੇ ਉੱਤੇ ਇੱਕ ਫਿਲਮ ਵੀ ਬਣ ਗਈ ਸੀਗੀ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਡਿਫੈਂਸ ਪਰਚੇਜ਼ਸ ਦੇ ਵਿੱਚ ਡਿਫੈਂਸ ਦੇ ਹੀ ਰਿਟਾਇਰਡ ਸੀਨੀਅਰ ਜਨਰਲ ਲੈਵਲ ਦੇ ਬੰਦੇ ਨੂੰ ਕੰਪਨੀਆਂ ਹਾਇਰ ਕਰਦੀਆਂ ਤੇ ਫਿਰ ਉਹ ਕੋਆਰਡੀਨੇਟ ਕਰਦੇ ਨੇ, ਤੇ ਉਹਨਾਂ ਨੂੰ ਪਤਾ ਹੁੰਦਾ ਵੀ ਕਿੱਥੋਂ ਇਨ ਐਂਡ ਆਊਟ ਆ, ਕਿਉਂਕਿ ਉਹ ਸੀਨੀਅਰ ਲੈਵਲ ਤੇ ਰਹਿ ਚੁੱਕੇ, ਜੂਨੀਅਰ ਵਾਲੇ ਬੜਾ ਕੁਛ ਕੀਤਾ ਜਾਂਦਾ। ਉਹ ਬਲੈਕਮੇਲਿੰਗ ਵੀ ਬੜੀ ਕਰਦੇ ਵੀ ਦੇਖ ਲਾ ਤੂੰ ਆਹ ਕਰ ਲੈ, ਨਹੀਂ ਤਾਂ ਤੇਰੇ ਖਿਲਾਫ ਆਹ ਚੀਜ਼ ਸੀ, ਮੈਂ ਐਂ ਕਰ ਦੂੰ।
ਸੋ ਉਹ ਚੀਜ਼ਾਂ ਵੀ ਬੜੇ ਸੀਨੀਅਰ ਲੈਵਲ ਦੇ ਉੱਤੇ ਵੱਡੀਆਂ, ਇਹ ਤਾਂ ਮੈਂ ਇਹਨੂੰ ਬੜੀ ਛੋਟੀ ਰਿਸ਼ਵਤ ਕਹਿਣਾ ਹੈ ਵੀ ਇਹਨੇ ਤਾਂ ਚਲੋ ਕੰਮ ਦਵਾਇਆ ਹੀ ਨਹੀਂ, ਵੀ ਠੱਗੀ ਮਾਰੀ ਹੈ। ਠੱਗੀ ਮਾਰੀ, ਹਾਂਜੀ, ਠੱਗੀ ਤਾਂ ਫੜਿਆ ਗਿਆ ਨਾ, ਠੱਗੀ ਮਾਰੀ ਹੈ, ਮਾਰ ਲਈ। ਹਾਂ, ਜੇ ਕਿਤੇ ਸਿਰੇ ਚੜ੍ਹ ਜਾਂਦੀ ਤਾਂ ਫਿਰ ਤਾਂ ਹਿੱਸਾ ਉੱਤੇ ਵੀ ਗਿਆ ਹੁੰਦਾ। ਬਿਲਕੁਲ, ਫਿਰ ਕਿੱਥੋਂ ਕੌਣ ਫੜਦਾ? ਜੇ ਉੱਤੇ ਗਿਆ ਹੁੰਦਾ ਤਾਂ ਫਿਰ ਕੰਮ ਹੋ ਹੀ ਜਾਂਦਾ, ਫਿਰ ਤਾਂ ਹੋ ਹੀ ਜਾਂਦਾ। ਹਾਂ, ਉਹ ਗੱਲ ਤਾਂ ਜਿਹੜੇ ਉੱਤੇ ਵਾਲੇ ਆ ਨਾ, ਉੱਤੇ ਜਾਂਦੇ ਹਾਂ, ਗੱਲ ਤਾਂ ਇਹ ਹੈ ਨਾ ਵੀ ਉਹੀ ਹੈ ਨਾ ਕਿ ਜਿਹੜੀ ਸਫਾਈ ਜਦੋਂ ਤੁਸੀਂ ਕਰਨੀ ਹੈ ਧਰੇ ਚੁੱਲ੍ਹੇ ਚੌਂਕੇ ਦੇ ਜਾਂ ਝਾੜੂ ਮਾਰਨ ਵਾਲੀ ਦੀ, ਜਿਹੜਾ ਤਾਂ ਬਡੇਰਿਆਂ ਦੇ ਉੱਤੇ ਜਿਹੜਾ ਚੁੰਡਾਂ 'ਚ ਲੱਗੇ ਹੁੰਦੇ ਨਾ ਆਪਣਾ ਡਸਟ ਪਈ ਹੈ, ਧੂੜ ਪਈ ਹੈ, ਉਹ ਵੀ ਸਾਫ਼ ਕਰਨੀ। ਸੋ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਸ਼ੁਕਰੀਆ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।